ਜਿਵੇਂ ਗੁਲਬਾਨੋ ਕਹਾਣੀ ਆਪਾਂ ਜੇ ਦੱਸਣਾ ਚਾਹੀਏ ਕਿਸੇ ਨੂੰ ਤਾਂ ਵੀ ਇੱਕ ਇਹੋ ਜਿਹੀ ਕੁੜੀ ਦੀ ਕਹਾਣੀ ਆ ਜਿਹੜੀ ਬੜੇ ਅਮੀਰ ਘਰ ਪੈਦਾ ਹੋਈ ਤੇ ਉਹਨੂੰ ਆਪਣੀ ਇੱਕ ਸਹੇਲੀ ਆ ਜਿਹਦੇ ਘਰ ਵਾਲੇ ਨਾਲ ਉਹਨੂੰ ਮੁਹੱਬਤ ਹੋ ਜਾਂਦੀ ਆ ਤੇ ਉਹ ਜਦੋਂ ਉਹ ਬੰਦਾ ਉਹਦੇ ਨਾਲ ਬਹੁਤ ਸਾਰੇ ਵਾਅਦੇ ਕਰ ਲੈਂਦਾ ਹੈ ਨਾ ਤੇ ਵਾਅਦੇ ਕਰਕੇ ਜਦੋਂ ਉਹਦੇ ਨਾਲ ਚਲੀ ਜਾਂਦੀ ਹੈ ਇਸ ਆਸ ਤੇ ਕਿ ਮੇਰੇ ਨਾਲ ਵਿਆਹ ਕਰਾਊਗਾ ਤੇ ਉੱਥੇ ਜਾ ਕੇ ਸਾਰੀ ਕਹਾਣੀ ਪਲਟ ਜਾਂਦੀ ਆ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ, ਮੈਂ ਤੇ ਬਲਦੇਵ ਮੇਰੇ ਨਾਲ ਨੇ। ਅਸੀਂ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਏ ਹਾਂ ਕਿਤਾਬਾਂ ਬਾਰੇ। ਅੱਜ ਕੱਲ੍ਹ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਬਹੁਤ ਜ਼ਿਆਦਾ ਐਗਜੀਬਿਸ਼ਨਸ ਲੱਗਦੀਆਂ ਨੇ ਕਿਤਾਬਾਂ ਨੂੰ ਲੈ ਕੇ ਤੇ ਬੜੇ ਲੋਕ ਪੜ੍ਹਦੇ ਵੀ ਨੇ। ਇਸ ਲਈ ਅਸੀਂ ਸੋਚਿਆ ਕਿ ਅਸੀਂ ਵੀ ਇੱਕ ਪ੍ਰੋਗਰਾਮ ਲੈ ਕੇ ਆਈਏ ਜਿਹਦੇ 'ਚ ਤੁਹਾਨੂੰ ਵੱਖਰੇ ਵੱਖਰੇ ਲੇਖਕਾਂ ਬਾਰੇ ਜਾਂ ਕਿਹੜੀ ਕਿਤਾਬ ਸਾਨੂੰ ਪੜ੍ਹ ਕੇ ਇੱਕ ਪਾਠਕ ਦੇ ਤੌਰ 'ਤੇ ਚੰਗੀ ਲੱਗੀ। ਸਾਰਿਆਂ ਤੋਂ ਪਹਿਲਾਂ ਹੀ ਮਾफ़ੀ ਮੰਗਦੇ ਹਾਂ, ਅਸੀਂ ਕਿਸੇ ਵੀ ਕਿਤਾਬ ਦੀ ਆਲੋਚਨਾ ਨਹੀਂ ਕਰਾਂਗੇ ਕਿਉਂਕਿ ਲੋਕ ਕਹਿਣ ਲੱਗ ਜਾਂਦੇ ਆ ਕਿ ਤੁਸੀਂ ਕੀ ਲਿਖਿਆ ਜਿਹੜੇ ਤੁਸੀਂ ਆਲੋਚਨਾ ਵਾਲੇ ਹੋ ਗਏ ਨਾ। ਸਾਡੀ ਸਮਝ ਇੰਨੀ ਵੱਡੀ ਨਹੀਂ ਹੈਗੀ, ਪਰ ਕੋਸ਼ਿਸ਼ ਕਰਾਂਗੇ ਕਿ ਸੋਹਣੀਆਂ ਕਹਾਣੀਆਂ, ਸੋਹਣੇ ਨਾਵਲ, ਚੰਗੇ ਚੰਗੇ ਲੇਖਕਾਂ ਨੂੰ ਤੁਹਾਡੇ ਨਾਲ ਉਹਨਾਂ ਦਾ ਰਾਬਤਾ ਅਸੀਂ ਬਣਾਈਏ। ਤੇ ਬਲਦੇਵ ਨੂੰ ਆਪਾਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਬਲਦੇਵ, ਕੀ ਹਾਲ ਆ? ਵਧੀਆ ਵਧੀਆ ਰੁਪਿੰਦਰ, ਠੀਕ ਠਾਕ। ਆਪਾਂ ਮੈਨੂੰ ਲੱਗਦਾ 4-5 ਸਾਲ ਪਹਿਲਾਂ ਇੱਕ ਇੰਟਰਵਿਊ ਕੀਤੀ ਸੀ ਇਕੱਠੇ ਨਾ। ਉਹ ਚੈਨਲ ਹੋਰ ਸੀ ਨਾ, 5 ਸਾਲ ਹੀ ਹੋ ਗਏ ਸਾਨੂੰ। ਹਾਂ 5 ਸਾਲ ਹੋ ਗਏ। ਤੇ ਅੱਜ ਕਿਵੇਂ ਲੱਗ ਰਿਹਾ ਤੁਹਾਨੂੰ? ਅੱਜ ਵੀ ਵਧੀਆ ਲੱਗੀ ਜਾਂਦਾ, ਪਰ ਇੰਨਾ ਉਦੋਂ ਇੰਟਰਵਿਊ ਕਰਦੇ ਸੀ ਨਾ। ਅੱਜ ਆਪਾਂ ਇੱਕ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਨਾ। ਹੁਣ ਤੁਸੀਂ ਸਾਡੀ ਟੀਮ ਦਾ ਹਿੱਸਾ ਹੋ ਨਾ। ਤੇ ਬਲਦੇਵ ਤੁਸੀਂ ਤਾਂ ਬਹੁਤ ਕਿਤਾਬਾਂ ਪੜ੍ਹਦੇ ਹੋ। ਹਾਂ, ਮੈਂ ਰੂਟੀਨ 'ਚ ਪੜ੍ਹਦਾ ਰਹਿਣਾ। ਮੈਨੂੰ ਕਹਿ ਦਈਏ ਇੱਕ ਤਰ੍ਹਾਂ ਨਾਲ ਆਦਤ ਹੀ ਪਈ ਹੋਈ ਹੈ ਪੜ੍ਹਨ ਦੀ ਨਾ। ਜੇ 5 ਦਿਨ 10 ਦਿਨ ਨਾ ਪੜ੍ਹਿਆ ਜਾਵੇ ਤਾਂ ਮੈਂ ਖਿਜਣ 'ਚ ਲੱਗ ਪੈਂਦਾ। ਕਿੰਨੀਆਂ ਕਿਤਾਬਾਂ ਪੜ੍ਹ ਲਈਆਂ ਹੁਣ ਤੱਕ? ਗਿਣਤੀ ਤਾਂ ਹੈ ਨਹੀਂ, ਪਰ ਕਾਫੀ ਪੜ੍ਹੀਆਂ ਹੋਈਆਂ ਨੇ ਪ੍ਰੋਪਰ। ਹੁਣ ਤਾਂ ਮੈਂ ਘਰੇ ਲਾਇਬ੍ਰੇਰੀ ਵੀ ਬਣਾ ਲਈ ਆਪਦੇ। ਹਾਂ, ਉਹ ਅਸੀਂ ਦੇਖਦੇ ਹੁੰਦੇ ਹਾਂ ਇੰਸਟਾ 'ਤੇ ਹੈ ਨਾ। ਅਤੇ ਤੁਸੀਂ ਜਿਵੇਂ ਅੱਜ ਨਾ ਮੈਨੂੰ ਬਹੁਤ ਚੰਗੀ ਲੱਗਦੀ ਆ ਕਿਤਾਬ ਫਿਰੰਗੀਆਂ ਦੀ ਨੋਹ ਹੈ ਨਾ। ਵੀਨਾ ਦੀਆਂ ਕਿਤਾਬਾਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਨੇ। ਮਤਲਬ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਹੋਣਾ, ਵੀਨਾ ਵਰਮਾ ਬੜਾ ਚੰਗਾ ਲਿਖਦੇ ਨੇ ਉਹ। ਅਤੇ ਲੋਕ ਉਹਨਾਂ 'ਤੇ ਇੱਕ ਠੱਪਾ ਲਾ ਦਿੰਦੇ ਆ ਕਿ ਉਹ ਬਹੁਤ ਬੋਲਡ ਲਿਖਦੇ ਨੇ। ਅਤੇ ਪੰਜਾਬ ਦੇ ਬੁਢਲਾਡਾ ਪਿੰਡ ਅਤੇ ਜ਼ਿਲ੍ਹਾ ਮਾਨਸਾ 'ਚ ਉਹਨਾਂ ਦਾ ਇਹ ਪਿੰਡ ਆ, ਉੱਥੋਂ ਦੇ ਜੰਮਪਲ ਨੇ। ਇਸ ਵਕਤ ਉਹ ਇੰਗਲੈਂਡ ਰਹਿੰਦੇ ਨੇ। ਉਹਨਾਂ ਦੀ ਇਹ ਕਿਤਾਬ ਹੈ ਫਿਰੰਗੀਆਂ ਦੀ ਨੋਹ। ਬਹੁਤ ਕੁੜੀਆਂ ਨੇ ਸ਼ਾਇਦ ਜ਼ਿਆਦਾ ਪੜ੍ਹੀ ਹੋਵੇ। ਅਤੇ ਇਸ ਕਿਤਾਬ 'ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਅਤੇ ਇਹਦੀਆਂ ਅਸੀਂ 2 ਕਹਾਣੀਆਂ ਚੁਣੀਆਂ ਨੇ। ਵੈਸੇ ਤਾਂ ਸਾਰੀਆਂ ਹੀ ਕਹਾਣੀਆਂ ਬਾਕਮਾਲ ਨੇ, ਇਹਦੇ 'ਚ 2 ਕਹਾਣੀਆਂ ਅਸੀਂ ਚੁਣੀਆਂ ਨੇ। ਇੱਕ ਹੈਗੀ ਗੁਲਬਾਨੋ ਅਤੇ ਇੱਕ ਰਜਾਈ ਕਹਾਣੀ ਆ ਜਿਹੜੀ ਇਹਦੀ ਸ਼ੁਰੂਆਤ 'ਚ ਛਪੀ ਹੋਈ ਆ ਅਤੇ ਸਭ ਤੋਂ ਅਖੀਰ 'ਤੇ ਗੁਲਬਾਨੋ। ਅਸੀਂ ਦੋਨੋਂ ਕਹਾਣੀਆਂ ਚੁਣੀਆਂ ਨੇ, ਇਹਨਾਂ 'ਤੇ ਅਸੀਂ ਅੱਜ ਗੱਲਬਾਤ ਕਰਾਂਗੇ। ਮਤਲਬ ਤੁਸੀਂ ਪਹਿਲੀ ਵਾਰ ਵੀਨਾ ਨੂੰ ਕਦੋਂ ਪੜ੍ਹਿਆ ਸੀ? ਮੈਂ ਪਹਿਲਾਂ ਜਦੋਂ ਇਹਨਾਂ ਦੀ ਕਾਫੀ ਚਰਚਾ 'ਚ ਰਹੀ ਸੀ ਕਿਤਾਬ ਮੁੱਲ ਦੀ ਤੀਵੀਂ, ਤਾਂ ਉਦੋਂ ਪਹਿਲਾਂ ਮੈਂ ਉਹ ਕਿਤਾਬ ਪੜ੍ਹੀ ਸੀਗੀ। ਫਿਰ ਉਦੋਂ ਬਾਅਦ ਦੂਜੀਆਂ ਕਿਤਾਬਾਂ ਪੜ੍ਹੀਆਂ ਇਹਨਾਂ ਦੀਆਂ। ਮੈਨੂੰ ਆਦਤ ਜੀ ਹੈਗੀ ਵੀ ਮੈਨੂੰ ਕੋਸ਼ਿਸ਼ ਹੁੰਦੀ ਵੀ ਇੱਕ ਲੇਖਕ ਦੀਆਂ ਸਾਰੀਆਂ ਪੜ੍ਹ ਲਈਏ ਵੀ ਜਿੰਨੀਆਂ ਆਪਣੇ ਹੱਥ ਆਉਂਦੀਆਂ ਨੇ। ਤਾਂ ਉਦੋਂ ਮੈਂ ਮੁੱਲ ਦੀ ਤੀਵੀਂ ਪੜ੍ਹੀ ਸੀ ਪਹਿਲਾਂ ਕਿਤਾਬ ਇਹਨਾਂ ਦੀ। ਜਦੋਂ ਮੈਂ ਇਹਨਾਂ ਦੀ ਕਿਤਾਬ ਇਸ਼ੂ ਕਰਵਾ ਕੇ ਲਿਆਈ ਅਤੇ ਮੈਂ ਆ ਕੇ ਮਤਲਬ ਇੱਕੋ ਹੀ ਕਹਾਣੀ ਪੜ੍ਹੀ, ਮੈਨੂੰ ਲੱਗਿਆ ਮੈਂ ਬੜੀ ਗਲਤ ਜਿਹੀ ਕਿਤਾਬ ਇਸ਼ੂ ਕਰਵਾ ਲਈ ਹੈ ਨਾ। ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿਹੜਾ ਲੇਖਕ ਕਿਵੇਂ ਲਿਖਦਾ। ਅਤੇ ਪਰ ਜਿਵੇਂ ਜਿਵੇਂ ਵੱਡੇ ਹੋਏ ਉਸ ਵਕਤ ਲੱਗਿਆ ਸੀਗਾ ਕਿ ਇਹ ਸਾਡੀ ਉਮਰ ਦੀ ਪੜ੍ਹਨ ਵਾਲੀ ਚੀਜ਼ ਨਹੀਂ ਹੈਗੀ ਹੈ ਨਾ। ਅਤੇ ਹੁਣ ਪਤਾ ਲੱਗਦਾ ਕਿ ਕਿੰਨਾ ਵਖਰੇਵਾਂ ਹੈ ਨਾ। ਹੁਣ ਇਹਨਾਂ ਨੂੰ ਜਦੋਂ ਬਾਕੀ ਲੇਖਕਾਂ ਨਾਲੋਂ ਨਿਖੇੜ ਕੇ ਪੜ੍ਹਦੇ ਹਾਂ ਤਾਂ ਹੁਣ ਬਹੁਤ ਸੋਹਣਾ ਲੱਗਦਾ। ਅਤੇ ਤੁਸੀਂ ਤਾਂ ਪਹਿਲਾਂ ਆਪਾਂ ਗੁਲਬਾਨੋ 'ਤੇ ਹੀ ਗੱਲ ਕਰਦੇ ਹਾਂ ਹੈ ਨਾ। ਕੀ ਤੁਹਾਨੂੰ ਇਹ ਕਹਾਣੀ ਕਿਉਂ ਚੰਗੀ ਲੱਗੀ? ਗੁਲਬਾਨੋ ਕਹਾਣੀ ਨਾ ਮੈਨੂੰ ਐਵੇਂ ਜਿਹਾ ਲੱਗਦਾ ਹੁੰਦਾ ਜਿਵੇਂ ਹੁਣ ਜੇ ਵੇਖੀ ਤਾਂ ਆਪਾਂ ਰਿਸ਼ਤਾ ਕਰਨ ਜਾਂਦੇ ਹਾਂ ਨਾ। ਆਪਾਂ ਹੁਣ ਵੀ ਰਿਸ਼ਤੇ ਜ਼ਮੀਨਾਂ ਜਾਇਦਾਦਾਂ ਨੂੰ ਹੀ ਕਰਦੇ ਹਾਂ। ਮਤਲਬ ਵੀ ਕਿੰਨੀ ਪੈਲੀ ਆਉਂਦੀ ਮੁੰਡੇ ਕੋਲ ਹੈ ਨਾ। ਮੁੰਡੇ ਵਾਲੇ ਦੇਖ ਲੈਂਦੇ ਆ ਵੀ ਕੁੜੀ ਸੋਹਣੀ ਆ ਜਾਂ ਉਹਦਾ ਕੀ ਹਿਸਾਬ ਕਿਤਾਬ ਇਹੋ ਜਿਹਾ ਹੈਗਾ ਹੈ ਨਾ। ਤਾਂ ਉਹ ਨਾ ਮੈਂ ਨਾ ਵੀ ਇੱਕ ਇਹੋ ਜਿਹੇ ਪਰਿਵਾਰ ਨੂੰ ਜਾਣਦਾ ਜਿਹੜੇ ਬਹੁਤ ਤਕੜੇ ਨੇ, ਅਮੀਰ ਨੇ। ਜਿਵੇਂ ਗੁਲਬਾਨੋ ਦੇ ਵਿੱਚ ਦਿਖਾਇਆ ਗਿਆ ਉਹਦਾ ਸਹੁਰਾ ਪਰਿਵਾਰ ਬਹੁਤ ਅਮੀਰ ਤਕੜਾ ਹੈ ਨਾ। ਅਤੇ ਉਹਨਾਂ ਦੀਆਂ ਬੁੜੀਆਂ ਨੂੰ ਵੋਟ ਪਾਉਣ ਤੱਕ ਦੀ ਇਜਾਜ਼ਤ ਵੀ ਹੈ ਨਹੀਂ, ਵੀ ਉਹ ਘਰੇ ਹੀ ਰਹਿੰਦੀਆਂ ਨੇ ਆਪਦੇ। ਵੀ ਜੇ ਸ਼ਹਿਰ ਵੀ ਜਾਣਾ ਘਰੋਂ ਗੱਡੀ 'ਚ ਬੈਠੀਆਂ ਅਤੇ ਸ਼ਹਿਰ ਚਲੀਆਂ ਗਈਆਂ ਹੈ ਨਾ। ਰਿਸ਼ਤੇਦਾਰੀ 'ਚ ਵੀ ਜਾਣਾ ਤਾਂ ਜਿਹੜੀਆਂ ਬਹੁਤ ਲਿਮਟਡ ਜਿਹੀਆਂ ਰਿਸ਼ਤੇਦਾਰੀਆਂ ਹੁੰਦੀਆਂ ਨੇ। ਵੀ ਇਹਦੇ 'ਚ ਮੈਨੂੰ ਲੱਗਦਾ ਉਹਦੇ 'ਚ ਉਹੀ ਦਰਦ ਔਰਤ ਦਾ ਹੈ ਨਾ। ਵੀ ਜਦੋਂ ਆਪਣੇ ਚਾਅ ਨਹੀਂ ਪੂਰੇ ਹੁੰਦੇ ਗੇ ਤਾਂ ਆਪਣੇ ਕੋਲ ਜਿੰਨੀ ਮਰਜ਼ੀ ਸ਼ੌਹਰਤ ਹੋਵੇ, ਜਿੰਨੀ ਮਰਜ਼ੀ ਦੌਲਤ ਹੋਵੇ, ਉਹ ਆਪਣੇ ਆਪ ਤੋਂ ਕੋਈ ਮਾਇਨੇ ਨਹੀਂ ਰੱਖਦੀ ਹੁੰਦੀ ਨਾ। ਸਹੀ ਗੱਲ। ਜੇ ਆਪਣਾ ਪਾਰਟਨਰ ਇਹਦੇ 'ਚ ਦਿਖਾਇਆ ਗਿਆ ਜਿਵੇਂ ਪਾਰਟਨਰ ਆਪਣਾ ਪਸੰਦ ਦਾ ਨਹੀਂ ਹੈ ਨਾ, ਤਾਂ ਜ਼ਿਆਦਾਤਰ ਜਿੰਨੀ ਮਰਜ਼ੀ ਹੋਵੇ। ਇਹ ਸਾਈਕੋਲੋਜੀ ਹੈ ਇੱਕ, ਮਤਲਬ ਕਹਿ ਦਈਏ ਇਹ ਇਕੱਲੀ ਔਰਤ ਦੀ ਨਹੀਂ, ਹਰੇਕ ਮਰਦ ਦੀ ਸਾਈਕੋਲੋਜੀ ਹੈ ਮੈਨੂੰ ਲੱਗਦਾ ਹੁੰਦਾ ਇਹ। ਜਾਂ ਖਾਸ ਕਰਕੇ ਵਿਆਹ ਨੂੰ ਲੈ ਕੇ ਵੀ ਉਹਨਾਂ ਦਾ ਪਾਰਟਨਰ ਉਹਨਾਂ ਦੀ ਪਸੰਦ ਦਾ ਹੋਣਾ ਚਾਹੀਦਾ, ਚਾਹੇ ਗਰੀਬ ਘਰ ਹੀ ਹੋਵੇ, ਬੰਦਾ ਗੁਜ਼ਾਰਾ ਕਰ ਲਊ ਨਾ। ਤਾਂ ਮੈਨੂੰ ਇਹਦੇ 'ਚ ਉਹ ਇਕੱਲੀ ਔਰਤ ਦੀ ਪੀੜ ਨਹੀਂ, ਮੈਨੂੰ ਪ੍ਰੋਪਰ ਇੱਕ ਬੰਦੇ ਦੀ ਪੀੜ ਜਿਹੀ ਦਿਸੀ ਵੀ ਜਿਹਦੀ ਪਸੰਦ ਨਹੀਂ ਪੂਰੀ ਹੁੰਦੀ ਹੈਗੀ। ਮੈਂ ਵੈਸੇ ਵੀ ਪਤਾ ਨਹੀਂ ਕਿਹਦੇ ਤੋਂ ਇੱਕ ਵਾਰੀ ਸੁਣਿਆ ਸੀ, ਕਹਿੰਦੇ ਸੀ ਕਿ ਮਹਿਲਾਂ ਦੀਆਂ ਰਾਣੀਆਂ ਨਾਲੋਂ ਗੋਲੀਆਂ ਦੀ
ਆਜ਼ਾਦੀ ਜ਼ਿਆਦਾ ਹੁੰਦੀ ਆ, ਮਤਲਬ ਉਹਨਾਂ ਨੂੰ ਜ਼ਿਆਦਾ ਚੰਗੀ ਲੱਗਦੀ ਆ ਆਪਣੀ ਜ਼ਿੰਦਗੀ ਹੈ ਨਾ। ਜਿਵੇਂ ਗੁਲਬਾਨੋ ਕਹਾਣੀ ਆਪਾਂ ਜੇ ਦੱਸਣਾ ਚਾਹੀਏ ਕਿਸੇ ਨੂੰ ਤਾਂ ਵੀ ਇੱਕ ਇਹੋ ਜਿਹੀ ਕੁੜੀ ਦੀ ਕਹਾਣੀ ਆ ਜਿਹੜੀ ਬੜੇ ਅਮੀਰ ਘਰ ਪੈਦਾ ਹੋਈ ਤੇ ਉਹਨੂੰ ਆਪਣੀ ਇੱਕ ਸਹੇਲੀ ਆ ਜਿਹਦੇ ਘਰ ਵਾਲੇ ਨਾਲ ਉਹਨੂੰ ਮੁਹੱਬਤ ਹੋ ਜਾਂਦੀ ਆ। ਤੇ ਉਹ ਜਦੋਂ ਉਹ ਬੰਦਾ ਉਹਦੇ ਨਾਲ ਬਹੁਤ ਸਾਰੇ ਵਾਅਦੇ ਕਰ ਲੈਂਦਾ ਹੈ ਨਾ, ਤੇ ਵਾਅਦੇ ਕਰਕੇ ਜਦੋਂ ਉਹਦੇ ਨਾਲ ਚਲੀ ਜਾਂਦੀ ਹੈ ਇਸ ਆਸ 'ਤੇ ਕਿ ਮੇਰੇ ਨਾਲ ਵਿਆਹ ਕਰਾਊਗਾ, ਤੇ ਉੱਥੇ ਜਾ ਕੇ ਸਾਰੀ ਕਹਾਣੀ ਪਲਟ ਜਾਂਦੀ ਆ ਕਿ ਕਿਵੇਂ ਉਹ ਬੰਦਾ ਇੱਕ ਅਮੀਰ ਖਾਨਦਾਨ 'ਚ ਹੋਣ ਕਰਕੇ ਕਿਵੇਂ ਉਹਦੇ ਮਤਲਬ ਉਹਦਾ ਪਿਓ ਜਿਹੜਾ ਉਹਨੂੰ ਇਹ ਵਿਆਹ ਦੀ ਇਜਾਜ਼ਤ ਨਹੀਂ ਦਿੰਦਾ ਹੈ ਨਾ। ਤੇ ਇਹ 'ਚ ਮੈਨੂੰ ਇੱਕ ਚੀਜ਼ ਬਹੁਤ ਸੋਹਣੀ ਲੱਗੀ, ਮੈਂ ਅੰਡਰਲਾਈਨ ਕੀਤੀ ਹੋਈ ਆ। ਜਦੋਂ ਉਹ ਮੁੰਡਾ ਜਿਹੜਾ ਗੁਲਬਾਨੋ ਨੂੰ ਲੈ ਕੇ ਜਾਂਦਾ ਵਿਆਹ ਕਰਾਉਣ ਲਈ, ਉਹ ਕਹਿੰਦਾ ਹੈ ਕਿ ਉਹ ਆਪਦੇ ਪਿਤਾ ਨੂੰ ਰੀਜ਼ਨ ਦਿੰਦਾ ਇੱਕ ਵੀ ਫਿਰ ਕੀ ਹੋ ਗਿਆ ਜੇ ਮੈਂ ਇਹਨੂੰ ਲੈ ਆਇਆ, ਤੇ ਵੀ ਮੇਰੇ ਚਾਚੇ ਨੇ ਵੀ ਤਾਂ 4 ਵਿਆਹ ਕਰਾਏ ਸੀ। ਫਿਰ ਉਹ ਕਹਿੰਦੇ ਨੇ ਕਿ ਸਾਡੇ ਧਰਮ ਦੇ ਵਿੱਚ ਮਜਲੂਮ ਔਰਤਾਂ ਨੂੰ ਮਤਲਬ ਸਤਿਕਾਰ, ਔਰਤਾਂ ਦੇ ਸਤਿਕਾਰ ਬਰਾਬਰ ਸਤਿਕਾਰ ਵਜੋਂ ਉਹਨਾਂ ਨੂੰ ਤੁਸੀਂ ਆਪਣੇ ਨਿਕਾਹ 'ਚ ਲੈ ਲੈਂਦੇ ਹੋ, ਉਸ ਚੀਜ਼ ਦੀ ਇਜਾਜ਼ਤ ਹੈਗੀ ਆ। ਪਰ ਜੇ ਤੁਸੀਂ ਔਰਤਾਂ ਨੂੰ ਖਿਡੌਣਾ ਸਮਝ ਕੇ ਵਾਰ-ਵਾਰ ਉਹਨਾਂ ਨਾਲ ਵਿਆਹ ਕਰਾ ਰਹੇ ਹੋ ਤਾਂ ਇਸ ਚੀਜ਼ ਦੀ ਇਜਾਜ਼ਤ ਨਹੀਂ ਹੈ ਨਾ। ਇੱਕ ਬੰਦੇ ਦੇ ਮੂੰਹੋਂ ਉਹ ਡਾਇਲੌਗ ਮੈਨੂੰ ਕਮਾਲ ਦਾ ਲੱਗਿਆ। ਮੈਂ ਉੱਥੇ ਇੱਕ ਹੋਰ ਪੱਖ ਤੋਂ ਦੇਖਿਆ ਨਾ ਵੀ ਉੱਥੇ ਬੰਦਾ ਇਹ ਕਹਿ ਰਿਹਾ ਉਹਨੂੰ ਵੀ ਅਸੀਂ ਤਾਂ ਇੱਜ਼ਤ ਮਾਨ ਸਤਿਕਾਰ ਨਾਲ ਵਿਆਹ ਕਰਾਉਣੇ, ਤੂੰ ਇਹਨੂੰ ਕੱਢ ਕੇ ਲੈ ਕੇ ਆ ਤਾਂ ਕਰਕੇ ਅਸੀਂ ਸਵੀਕਾਰ ਨਹੀਂ ਕਰਦੇ ਹਨਾ, ਵੀ ਅਸੀਂ ਵੀ ਇਸਲਾਮ 'ਚ ਇਹ ਲਿਖਿਆ ਹੋਇਆ ਵੀ ਸਤਿਕਾਰ ਦੇ ਰਹੇ ਹਾਂ ਅਸੀਂ ਔਰਤ ਨੂੰ ਨਾ। ਪਰ ਉੱਥੇ ਔਰਤ ਕੀ ਸੋਚਦੀ ਆ ਜਿਹਦਾ ਮਤਲਬ 4 ਔਰਤਾਂ ਇੱਕ ਬੰਦੇ ਨਾਲ ਰਹਿ ਰਹੀਆਂ, ਇੱਕ ਮਰਦ ਨਾਲ ਹਨਾ। ਮਰਦ ਨੇ ਤਾਂ ਇਹ ਕਹਿਤਾ ਵੀ ਅਸੀਂ ਸਤਿਕਾਰ ਵਜੋਂ ਲੈ ਕੇ ਆਏ ਆ, ਪਰ ਇੱਕ ਔਰਤ ਜਿਹਨੂੰ ਪਤਾ ਹੋਵੇ ਵੀ ਮੇਰੇ ਘਰ ਵਾਲੀ ਦੀਆਂ 3 ਘਰ ਵਾਲੀਆਂ ਹੋਰ ਵੀ ਹੈਗੀਆਂ ਨੇ, ਉਹਦੀ ਕੀ ਸਾਈਕੋਲੋਜੀ ਕੀ ਹੋਊਗੀ ਨਾ। ਬਿਲਕੁਲ ਆਪਾਂ ਇਹ ਚੀਜ਼ ਨਹੀਂ ਸੋਚ ਸਕਦੇ ਨਾ ਵੀ ਉੱਥੇ ਮੈਨੂੰ ਲੱਗਦਾ ਹੁੰਦਾ ਵੀ ਉੱਥੇ ਜਿੰਨਾ ਕੁ ਬੰਦਾ ਸ਼ੇਖੀ ਮਾਰ ਰਿਹਾ ਹਨਾ ਉਹ ਵੀ ਅਸੀਂ ਤਾਂ ਸਤਿਕਾਰ ਕਰਦੇ ਹਾਂ, ਸ਼ਾਇਦ ਉਹ ਔਰਤਾਂ ਉਨੀਆਂ ਦੁਖੀ ਨੇ ਉੱਥੇ। ਔਰਤ ਕਦੇ ਨਹੀਂ ਚਾਹੁੰਦੀ ਵੀ ਮੇਰਾ ਹਸਬੈਂਡ ਵੰਡਿਆ ਜਾਵੇ। ਸਹੀ ਗੱਲ ਹੈ। ਮੈਨੂੰ ਉੱਥੇ ਇਹ ਚੀਜ਼ ਲੱਗੀ ਸੀ ਵੀ ਇੱਥੇ ਉਹਨਾਂ ਦੀ ਗੱਲ ਵੀ ਸੁਣਨੀ ਚਾਹੀਦੀ ਜਿਹੜੀ 4 ਬੈਠੀਆਂ ਨੇ ਨਾ। ਤੇ ਜਦੋਂ ਜਿਵੇਂ ਫਿਰ ਉਹਦੇ 'ਚ ਹੈ ਨਾ ਵੀ ਉਹਦਾ ਪਿਓ ਕਹਿੰਦਾ ਵੀ ਮੈਂ ਇਸ ਨਿਕਾਹ ਦੀ ਇਜਾਜ਼ਤ ਨਹੀਂ ਦਿੰਦਾ, ਫਿਰ ਮੈਨੂੰ ਇਹ ਚੀਜ਼ ਬਹੁਤ ਲੱਗਦੀ ਹੈ ਕਿ ਦੇਖੋ ਜਿਹੜੀ ਕੁੜੀ ਆਈ ਆ ਤੁਸੀਂ ਉਹਨੂੰ ਪੁੱਛਿਆ ਹੀ ਨਹੀਂ ਕਿ ਤੂੰ ਹੁਣ ਕੀ ਚਾਹੁੰਦੀ ਆ ਅੱਗੇ ਹੈ ਨਾ। ਤਾਂ ਉਹ ਦੱਸਦੀ ਆ ਜਿਵੇਂ ਕਿ ਮੇਰੇ ਹੁਣ ਇਹ ਆਪਣੇ ਕਲਚਰ 'ਚ ਆਪਾਂ ਇਹ ਚੀਜ਼ ਦੇਖਦੇ ਹਾਂ ਵੀ ਕੋਈ ਵੀ ਬੰਦਾ ਜਿਹੜਾ ਮਾਂ ਪਿਓ ਦੀ ਇਜਾਜ਼ਤ ਤੋਂ ਬਿਨਾਂ ਘਰ ਤੋਂ ਚਲਿਆ ਜਾਂਦਾ ਨਾ ਉਹਦੀ ਕੀ ਇੱਜ਼ਤ ਰਹਿ ਜਾਂਦੀ ਹੈ। ਤੇ ਉਹ ਦੱਸਦੀ ਹੈ ਕਿ ਮੇਰੇ ਭਰਾ ਮੈਨੂੰ ਮਾਰ ਦੇਣਗੇ। ਫਿਰ ਦੇਖੋ ਕਿਵੇਂ ਵੀ ਸਾਰੇ ਬੰਦੇ ਰਲ ਕੇ ਉਹਦਾ ਫੈਸਲਾ ਕਰ ਦਿੰਦੇ ਆ ਕਿ ਹੁਣ ਜਿਹਨੂੰ ਅਸੀਂ ਕਹਿੰਦੇ ਆ ਤੂੰ ਉਹਦੇ ਨਾਲ ਨਿਕਾਹ ਕਰਾ ਲਾ ਹਨਾ, ਇੱਕ ਦਹਾਜੂ ਬੰਦਾ ਤੇ ਉਹਦੇ ਨਾਲ ਉਹਦਾ ਨਿਕਾਹ ਕਰ ਦਿੰਦਾ। ਇਹਨਾਂ ਰੁਪਿੰਦਰ ਇਹਦਾ ਹਾਂ ਇਹ ਕਹਾਣੀ ਜਿਵੇਂ ਇਹ ਜਦੋਂ ਇਹ ਵਾਪਰਦਾ ਹਨਾ ਵੀ ਉਹ ਦੂਜੇ ਮੁੰਡੇ ਨਾਲ ਰਿਸ਼ਤਾ ਕਰਦੇ ਆ, ਤੇ ਆਪਣੇ ਘਰਾਂ 'ਚ ਆਮ ਵੀ ਹੁੰਦਾ ਵੀ ਜਦੋਂ ਕਿਸੇ ਦਾ ਕੋਈ ਜਵਾਨ ਉਮਰ 'ਚ ਘਰ ਵਾਲਾ ਮਰ ਜਾਂਦਾ ਤਾਂ ਉਹਦਾ ਭਰਾ ਜਾਂ ਉਹਦਾ ਮੁੰਡੇ ਦਾ ਜਿਹੜਾ ਹੁੰਦਾ ਘਰ ਵਾਲਾ ਹੁੰਦਾ ਕੁੜੀ ਦਾ, ਉਹਦੇ ਨਾਲ ਰਿਸ਼ਤਾ ਕਰ ਦਿੰਦੇ ਜਿਹਨੂੰ ਆਪਾਂ ਚਾਦਰ ਪਾਉਣਾ ਜਾਂ ਕੁਛ ਇਹੋ ਜਿਹਾ ਕਹਿੰਦੇ ਮੈਨੂੰ ਲੱਗਦਾ ਨਾ। ਕਈ ਵਾਰ ਇਹ ਹੁੰਦਾ ਵੀ ਜਿਹੜੇ ਮੁੰਡੇ ਨਾਲ ਕੁੜੀ ਵਿਆਹੀ ਹੁੰਦੀ ਆ ਉਹ ਮੁੰਡਾ ਬਹੁਤ ਵਧੀਆ ਹੁੰਦਾ ਨਾ, ਚੰਗਾ ਇਨਸਾਨ ਹੁੰਦਾ, ਸੋਹਣਾ ਹੁੰਦਾ, ਸਿਆਣਾ ਜੋ ਵੀ ਹੁੰਦਾ ਨਾ, ਉਹਦੇ ਕੋਈ ਚਾਚੇ ਤਾਏ ਦਾ ਜਾਂ ਮਾਮੇ ਦਾ ਮੁੰਡਾ ਉਹ ਕੋਈ ਨਸ਼ੇੜੀ ਵੀ ਹੁੰਦਾ ਜਾਂ ਕੁਛ ਵੀ ਮੰਨ ਲਈਏ ਵੀ ਉਹ ਉਹਨਾਂ ਚੰਗਾ ਨਹੀਂ ਹੁੰਦਾ ਜਿੰਨਾ ਉਹਦਾ ਪਹਿਲਾਂ ਵਾਲਾ ਸਹੇੜਿਆ ਘਰ ਵਾਲਾ ਹੁੰਦਾ। ਉਹ ਕਿਸੇ ਵਜ੍ਹਾ ਕਰਕੇ ਮਰ ਗਿਆ ਤੇ ਆਪਾਂ ਕਹਿ ਦਿੰਦੇ ਯਾਰ ਹੁਣ ਐਂ ਕਰੋ ਦੂਜੇ ਤੇ ਬਿਠਾ ਦਿਓ ਹਨਾ, ਉਦੋਂ ਵੀ ਔਰਤ ਨੂੰ ਕੋਈ ਨਹੀਂ ਪੁੱਛਦਾ। ਮਤਲਬ ਜ਼ਰੂਰੀ ਥੋੜੀ ਆ ਕਿ ਉਹ ਹਰ ਵਾਰੀ ਉਹੀ ਬੰਦੇ ਦਾ ਸਹਾਰਾ ਭਾਲ ਹੀ ਰਹੀ ਆ ਹਨਾ ਵੀ ਜ਼ਰੂਰ। ਹਾਂ ਇਹ ਵੀ ਹੈਗਾ ਵੀ ਪਹਿਲੀ ਗੱਲ ਤਾਂ ਇਹ ਪੁੱਛੋ ਵੀ ਬੰਦਾ ਪਸੰਦ ਹੈਗਾ ਤੈਨੂੰ ਇਹ ਜਿਹੀ ਨਾ, ਵੀ ਤੁਸੀਂ ਕੌਣ ਹੁੰਦੇ ਹੋ 20 ਬੰਦੇ ਨਾ ਆਪਦੀ ਮਰਜ਼ੀ ਕਰਕੇ ਤੁਸੀਂ ਕਹਿ ਦਿੰਦੇ ਹੋ ਵੀ ਯਾਰ ਇੱਥੇ ਬਹਿ ਜਾ ਬਸ ਠੀਕ ਆ। ਸਹੀ ਗੱਲ ਹੈ। ਇਹੀ ਕਹਾਣੀ 'ਚ ਵਾਪਰਦਾ ਹੈਗਾ। ਉਹ ਜਿਹੜੇ ਮੁੰਡੇ ਨਾਲ ਭੱਜ ਕੇ ਆਉਂਦੀ ਆ ਉਹ ਕਿੰਨਾ ਸਮਾਰਟ ਤੇ ਕਿੰਨਾ ਹੈਂਡਸਮ ਮੁੰਡਾ ਹੁੰਦਾ ਹਨਾ, ਤੇ ਉਹਨੂੰ ਜਿਹੜੇ ਦੂਜੇ ਤੇ ਬਿਠਾ ਦਿੰਦੇ ਉਹ ਜਦੋਂ ਦਿਖਾਇਆ ਗਿਆ ਉਹਦੀ ਇੱਥੋਂ ਵਾਲ ਚਿੱਟੇ ਨੇ ਪੁਰਪੜੀਆਂ ਦੇ ਨਾ, ਅੱਧ ਖੜ ਉਮਰ ਦਾ ਹੈਗਾ, ਤੇ ਉਦੋਂ ਉਹਦੇ ਚਾਅ ਸਾਰੇ ਮਰ ਜਾਂਦੇ ਆ ਔਰਤ ਦੇ। ਉਦੋਂ ਬਾਅਦ ਫਿਰ ਉਹ ਰਹਿੰਦੀ ਤਾਂ ਉਹਦੀ ਹਵੇਲੀ 'ਚ ਹੀ ਆ, ਪਰ ਉਹ ਕਿਵੇਂ ਬੁਝੀ ਰਹਿੰਦੀ ਸਾਰੀ ਉਮਰ ਹਨਾ। ਪਰ ਇੱਕ ਪਾਸੇ 'ਚ ਚੰਗੀ ਚੀਜ਼ ਜਿਹੜੀ ਮੈਨੂੰ ਨਾ ਸਭ ਤੋਂ ਵਧੀਆ ਲੱਗੀ ਉਹ ਇਹ ਸੀਗੀ ਕਿ ਇਹਦੇ 'ਚ ਦਿਖਾਇਆ ਗਿਆ ਕਿ ਤੁਸੀਂ ਕਿਸੇ ਵੀ ਜਨਾਨੀ ਨੂੰ ਜਾਂ ਤੀਵੀਂ ਨੂੰ ਤੁਸੀਂ ਜ਼ਬਰਦਸਤੀ ਨਹੀਂ ਜਿੱਤ ਸਕਦੇ ਹੈ ਨਾ। ਹਾਂ ਕਿਸੇ ਦੇ ਵੀ ਸਰੀਰ ਨੂੰ ਤੁਸੀਂ ਮੈਨੂੰ ਲੱਗਦਾ ਜ਼ਬਰਦਸਤੀ ਅਪਣਾ ਸਕਦੇ ਹੋ, ਪਰ ਉਹਦੀ ਉਸ ਕੁੜੀ ਦੀ ਗੁਲਬਾਨੋ ਦੀ ਮਾਨਸਿਕਤਾ ਤੱਕ ਪਹੁੰਚਣ ਲਈ ਉਸ ਬੰਦੇ ਹਨਾ ਅਮੀਰ ਖਾਨ ਨੂੰ ਮਤਲਬ ਕਿੰਨੇ ਪੇਸ਼ੈਂਸ ਸੀਗੇ ਉਹਦੇ ਦਿਖਾਏ ਗਏ। ਫਿਰ ਅਖੀਰ ਤੇ ਕਿੰਨਾ ਸੋਹਣਾ ਲੱਗਦਾ ਮੈਨੂੰ ਉਹ ਚੀਜ਼ ਬਹੁਤ ਸੋਹਣੀ ਲੱਗਦੀ ਜਦੋਂ ਉਹ ਜਮਾ ਅਖੀਰ ਤੇ ਆ ਕੇ ਕਹਿੰਦੀ ਹੈ ਵੀ ਤੈਨੂੰ ਇੱਕ ਜਵਾਕ ਚਾਹੀਦਾ ਹਨਾ, ਵੀ ਜਿਹੜੇ ਜਿਨ੍ਹਾਂ ਦਾ ਸਾਰੀ ਉਮਰ ਉਹਨੇ ਇੱਕ ਰਿਸ਼ਤਿਆਂ ਦਾ ਭਾਰ ਢੋਇਆ ਹੁੰਦਾ ਹਨਾ ਗੁਲਬਾਨੋ ਨੇ, ਤੇ ਖੁਸ਼ ਨਹੀਂ ਪਰ ਅਖੀਰ ਤੇ ਉਹਨੂੰ ਇਹ ਲੱਗਦਾ ਹੁੰਦਾ ਯਾਰ ਵੀ ਉਦੋਂ ਉਹ ਮਰਦ ਨੂੰ ਐਕਸੈਪਟ ਕਰਦੀ ਆ ਹਨਾ, ਜਦੋਂ ਕਹਿੰਦੀ ਆ ਵੀ ਹੁਣ ਤੈਨੂੰ ਬੱਚਾ ਚਾਹੀਦਾ ਵੀ ਆਪਾਂ ਨੂੰ ਤੇਰੇ ਕੋਲ ਇੰਨੀ ਜ਼ਮੀਨ ਜਾਇਦਾਦ ਹੈਗੀ ਆ ਵੀ ਅੱਗੇ ਵੰਸ਼ ਵਾਸਤੇ ਤੋਰਨਾ ਸਭ ਨੂੰ ਕੁਛ ਨਾ ਕੁਛ ਚਾਹੀਦਾ, ਵੀ ਉਹ ਵੀ ਔਰਤ ਦਾ ਵਡੱਪਣੀ ਆ ਨਾ ਸਾਰੀ ਉਮਰ ਗਵਾ ਕੇ ਵੀ ਉਹਨੇ ਉਹ ਸੋਚਿਆ ਵੀ ਇਹਦਾ ਘਰ ਪਰਿਵਾਰ ਜਿਹੜਾ ਰੁਲੇ ਨਾ ਵੀ ਅਗਾਂਹ ਵਾਰਸ ਮਿਲੇ ਕੋਈ ਨਾ ਕੋਈ। ਬਿਲਕੁਲ। ਇੱਕ ਡਾਇਲੌਗ ਮੈਨੂੰ ਹੁਣ ਭੁੱਲ ਗਿਆ, ਜਿਵੇਂ ਉਹ ਮੈਨੂੰ ਐਗਜ਼ੈਕਟ ਨਹੀਂ ਪਤਾ ਵੀ ਉਹ ਕੀ ਸੀਗਾ, ਯਾਦ ਨਹੀਂ ਮੈਨੂੰ, ਪਰ ਜਦੋਂ ਉਹ ਕਹਿੰਦੀ ਹੁੰਦੀ ਹੈ ਕਿ
ਜਿਹੜੇ ਉਹ ਮਰਦ ਹੁੰਦੇ ਨੇ ਮਤਲਬ ਜਿਹੜੇ ਔਰਤ ਵੱਲ ਪਿੱਠ ਕਰਕੇ ਜਾਂਦੇ ਨੇ ਉਹਨਾਂ ਨੂੰ ਤਾਂ ਮਿੰਟ 'ਚ ਭੁਲਾ ਦਿੰਦੇ ਆ। ਤੇ ਉਹ ਵੀ ਕਿੱਡੀ ਗੱਲ ਹੈ ਕਿ ਫਿਰ ਚਾਹੇ ਉਹ ਜਿੰਨਾ ਮਰਜ਼ੀ ਤੁਸੀਂ ਉਹਨੂੰ ਕਦੀ ਜ਼ਿੰਦਗੀ 'ਚ ਚਾਹਿਆ ਹੋਵੇ, ਜਿੰਨਾ ਮਰਜ਼ੀ ਉਹ ਸੋਹਣਾ ਹੋਵੇ ਹਨਾ, ਇੱਕ ਵਫਾਦਾਰ ਬੰਦੇ ਅੱਗੇ ਮੈਨੂੰ ਲੱਗਦਾ ਵੀ ਉਹ ਸਾਰਾ ਕੁਝ ਫੇਲ ਹੋ ਜਾਂਦਾ। ਤੇ ਉਹ ਇਹਦਾ ਮੈਨੂੰ ਅਖੀਰ ਬਹੁਤ ਸੋਹਣਾ ਲੱਗਿਆ ਕਿ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਮਤਲਬ ਉਹਨੇ ਭੁਲਾ ਵੀ ਦਿੱਤੀਆਂ ਪਰ ਫਿਰ ਵੀ ਉਹਦੇ ਅੰਦਰ ਰਹੀਆਂ ਕਿ ਜਿਹੜੇ ਬੰਦੇ ਨੇ ਉਹਨੂੰ ਧੋਖਾ ਦਿੱਤਾ ਉਹਦੀ ਕੁੜੀ ਨੂੰ ਵੀ ਮਤਲਬ ਐਕਸੈਪਟ ਨਹੀਂ ਕਰ ਰਹੀ ਹੈ ਨਾ। ਤੇ ਉਹਦੇ ਬਾਅਦ ਜਦੋਂ ਮੁੰਡਾ ਕਹਿੰਦਾ ਹਨਾ ਵੀ ਉਹਨੇ ਅਖੀਰ 'ਚ ਤਾਂ ਹੀ ਹੁੰਦਾ ਵੀ ਪਤਾ ਨਹੀਂ ਉਸ ਤੇ ਉਹ ਕਹਿੰਦੀ ਵੀ ਜਿਸ ਤਰ੍ਹਾਂ ਡੈਡੀ ਜਿਉਂਦਾ ਹੁੰਦਾ ਤਾਂ ਸ਼ਾਇਦ ਇਹ ਰਿਸ਼ਤੇ ਨੂੰ ਕਦੇ ਵੀ ਇਜਾਜ਼ਤ ਨਾ ਦਿੰਦਾ ਹਨਾ। ਤਾਂ ਉਹ ਕਹਿੰਦਾ ਹੁੰਦਾ ਵੀ ਮੇਰਾ ਡੈਡੀ ਤਾਂ ਹੁੰਦਾ ਸ਼ਾਇਦ ਉਹਨੇ ਐਕਸੈਪਟ ਕਰਨਾ ਸੀ ਕਿਉਂਕਿ ਉਹਨੇ ਉਹਦੀ ਜਿਹੜਾ ਕੁੜੀ ਹੁੰਦਾ ਉਹਦੇ ਪਿਓ ਦੀ ਗਰਲਫ੍ਰੈਂਡ ਨੂੰ ਵੀ ਅਪਣਾ ਲਿਆ ਨਾ। ਉਹ ਮਾਂ ਪੁੱਤ ਹੀ ਹੁੰਦੇ ਗੱਲਾਂ ਕਰ ਰਹੇ ਹੁੰਦੇ ਹਨਾ। ਤਾਂ ਉਦੋਂ ਉਹ ਸਾਰੀ ਕਹਾਣੀ ਪੁਰਾਣੀ ਯਾਦ ਆ ਜਾਂਦੀ ਜਦੋਂ ਮੁੰਡਾ ਐਂ ਕਹਿੰਦਾ ਹਨਾ ਵੀ ਉਹਨੇ ਤਾਂ ਉਹਦੀ ਗਰਲਫ੍ਰੈਂਡ ਨੂੰ ਵੀ ਅਪਣਾ ਲਿਆ ਹਨਾ। ਤੇ ਉਦੋਂ ਕਹਾਣੀ 'ਚ ਬਦਲ ਜਾਂਦੀ ਸਾਰੀ। ਇਹ ਵੀ ਬਹੁਤ ਵੱਡੀ ਚੀਜ਼ ਆ। ਮੈਂ ਕਿਸੇ ਨੂੰ ਉੱਦਾਂ ਵੀ ਨਿੱਜੀ ਜ਼ਿੰਦਗੀ 'ਚ ਕਿਸੇ ਬਾਰੇ ਗੱਲ ਸੁਣੀ ਹੋਈ ਆ ਵੀ ਇੱਦਾਂ ਹੀ ਕੋਈ ਕੁੜੀ ਵਿਆਹ ਕਰਾਉਣ ਲਈ ਘਰੋਂ ਕਿਸੇ ਨਾਲ ਚਲੀ ਗਈ ਤੇ ਉਹ ਮੁੰਡਾ ਜਿਹੜਾ ਆਇਆ ਨਹੀਂ ਹੈਗਾ ਤੇ ਉਹਨਾਂ ਨੇ ਫਿਰ ਉਸੇ ਮੁੰਡੇ ਦੇ ਦੋਸਤ ਨੇ ਉਸ ਕੁੜੀ ਨਾਲ ਵਿਆਹ ਕਰਾਇਆ ਹਨਾ। ਮੈਨੂੰ ਸਭ ਤੋਂ ਖੂਬਸੂਰਤ ਕਰੈਕਟਰ ਇਹਦੇ 'ਚ ਆਮਿਰ ਲੱਗਿਆ, ਆਮਿਰ ਖਾਨ ਹਨਾ। ਤੈਨੂੰ ਕਿਹੜਾ ਲੱਗਿਆ? ਹਾਂ ਉਹੀ ਲੱਗਾ, ਉਹਨੇ ਐਕਸੈਪਟ ਤਾਂ ਕੀਤਾ ਪਰ ਉਹਨੇ ਵੀ ਸ਼ੁਰੂ 'ਚ ਚੱਲ ਜਿਹੋ ਜਿਹੀ ਸਿਚੁਏਸ਼ਨ ਹੀ ਬਣੀ ਜਿਵੇਂ ਵੀ ਰਿਸ਼ਤਾ, ਪਰ ਉਸ ਤੋਂ ਬਾਅਦ ਉਹਨੇ ਕਹਿੰਦਾ ਉਹ ਵੀ ਤੂੰ ਮੇਰੀ ਘਰ ਵਾਲੀ ਆ ਨਾ ਵੀ ਉਹਨੇ ਉਹਨੂੰ ਮਾਣ ਸਤਿਕਾਰ ਨਾਲ ਹੀ ਰੱਖਿਆ। ਉਹਨੇ ਉਹਨੂੰ ਉਸ ਚੀਜ਼ ਨਾਲ ਨਹੀਂ ਰੱਖਿਆ ਗਿਆ ਵੀ ਤੈਨੂੰ ਕੱਢ ਕੇ ਕੋਈ ਹੋਰ ਲਿਆ ਸੀ ਤੇ ਬਸ ਤੂੰ ਮੇਰੇ ਜਾਨੀ ਆ ਨਾ। ਉਹਨੇ ਉਹਨੂੰ ਜਿਹੜਾ ਕਿ ਇੱਕ ਘਰ ਵਾਲੀ ਨੂੰ ਆਪਾਂ ਸਤਿਕਾਰ ਦੇਣਾ ਹੁੰਦਾ ਉਹਨੇ ਸਤਿਕਾਰ ਨਾਲ ਹੀ ਰੱਖਿਆ ਉਹਨੂੰ। ਤੇ ਉਹ ਵੀ ਵੱਡੇ ਦਿਲ ਵਾਲਾ ਬੰਦਾ ਹੀ ਕਰ ਸਕਦਾ ਹੈ ਨਾ, ਹਰੇਕ ਮਰਦ ਸ਼ਾਇਦ ਐਂ ਨਹੀਂ ਕਰ ਸਕਦਾ। ਤੇ ਦੂਜੀ ਕਹਾਣੀ ਸੀ ਰਜਾਈ। ਮੈਨੂੰ ਪੜ੍ਹਨ ਵੇਲੇ ਦੋਵੇਂ ਕਹਾਣੀਆਂ ਇੱਕੋ ਜਿਹੀਆਂ ਲੱਗੀਆਂ ਕਿ ਇੱਕ ਦੋ ਮਤਲਬ ਜਨਾਨੀਆਂ ਜਿਨ੍ਹਾਂ ਨੂੰ ਪਹਿਲੇ ਬੰਦੇ ਨੇ ਛੱਡਿਆ ਤੇ ਫਿਰ ਦੂਜੇ ਨੇ ਕਿੰਨੀ ਖੂਬਸੂਰਤੀ ਨਾਲ ਅਪਣਾਇਆ ਹਨਾ। ਵੀਨਾ ਵਰਮਾ ਦਾ ਇਹ ਹੈਗਾ, ਵੀਨਾ ਵਰਮਾ ਦੇ ਬਹੁਤੇ ਤੁਸੀਂ ਸਾਰੀਆਂ ਕਹਾਣੀਆਂ ਪੜ੍ਹ ਲਓ ਆਪਾਂ ਨੂੰ ਮਿਲਦੀਆਂ ਜੁਲਦੀਆਂ ਜਿਹੀਆਂ ਲੱਗਣਗੀਆਂ। ਇਹਨਾਂ ਦੀਆਂ ਬਹੁਤੀਆਂ ਕਹਾਣੀਆਂ ਨਾ ਵੀਨਾ ਵਰਮਾ ਸਾਰੀਆਂ ਔਰਤ ਮਰਦ ਦੇ ਰਿਸ਼ਤੇ ਦੇ ਨੇੜੇ ਤੇੜੇ ਘੁੰਮਦੀਆਂ ਨੇ ਹਨਾ। ਤਾਂ ਰਜਾਈ ਕਹਾਣੀ ਵੀ ਐਂ ਜਿਹੀ ਆ, ਮਤਲਬ ਉਹਦੇ 'ਚ ਜਿਹੜਾ ਰਜਾਈ ਮੈਨੂੰ ਲੱਗ ਰਿਹਾ ਹੁੰਦਾ ਵੀ ਰਜਾਈ ਜਿਹੜੀ ਉਹਨੇ ਲਈ ਹੈ ਨਾ ਉਹ ਇੱਕ ਔਰਤ ਮਰਦ ਦੇ ਰਿਸ਼ਤੇ ਦਾ ਪ੍ਰਤੀਕ ਲਿਆ ਉਹਨੇ ਨਾ। ਇੱਕ ਉੱਥੋਂ ਜਿੱਥੋਂ ਰਿਸ਼ਤਾ ਸ਼ੁਰੂ ਹੁੰਦਾ ਇੱਕ ਔਰਤ ਮਰਦ ਦਾ, ਉਹਦੇ ਸਾਰੀ ਕਹਾਣੀ ਰਜਾਈ ਦੇ ਦਿਵਾਲੀ ਘੁੰਮਦੀ ਆ। ਜਦੋਂ ਮੈਂ ਰਜਾਈ ਜਿਵੇਂ ਹੁਣ ਆਪਾਂ ਗੱਲਾਂ ਕਰਦੇ ਸੀਗੇ ਵੀ ਵੀਨਾ ਵਰਮਾ ਬੋਲਡ ਲਿਖਦੀ ਹੈ ਨਾ, ਵੀ ਕਹਿੰਦੇ ਨੇ ਲੋਕ ਵੀ ਬੋਲਡ ਲਿਖਦੀ ਹੈ ਨਾ। ਤੇ ਰਜਾਈ ਕਹਾਣੀ ਨਾ ਇੱਕ ਇਸ਼ਮਤ ਚੁਗਤਾਈ ਦੀ ਵੀ ਹੈਗੀ ਆ। ਉਹ ਮੰਟੂ ਉਹਦੇ ਤੇ ਕੇਸ ਚੱਲਿਆ ਸੀਗਾ, ਉਹ ਦੋ ਔਰਤਾਂ ਦੇ ਰਿਸ਼ਤੇ ਬਾਰੇ ਸੀਗੇ ਨਾ। ਉਹ ਖੁਦ ਕਹਿੰਦੇ ਨੇ ਇੱਕ ਇੰਟਰਵਿਊ 'ਚ ਮੈਨੂੰ ਐ ਨਹੀਂ ਲੱਗਦਾ ਹੁੰਦਾ ਕਿ ਅਸੀਂ ਨਾ ਕਈ ਵਾਰੀ ਕਿਸੇ ਚੀਜ਼ ਨੂੰ ਐਵੇਂ ਬੋਲਡ ਕਹਿ ਦਿੰਦੇ ਆ, ਐਵੇਂ ਮਤਲਬ ਸਾਨੂੰ ਕਈ ਵਾਰੀ ਉਹਦਾ ਮਤਲਬ ਵੀ ਨਹੀਂ ਪਤਾ। ਮੈਂ ਜਿੰਨੀਆਂ ਕੁ ਵੀ ਇਹਨਾਂ ਦੀਆਂ ਮਤਲਬ 3 ਹੀ ਕਿਤਾਬਾਂ ਸੀਗੀਆਂ ਪੜ੍ਹਨ ਲਈ, ਬਹੁਤ ਜ਼ਿਆਦਾ ਕਿਤਾਬਾਂ ਨਹੀਂ, ਹਰ ਇੱਕ ਕਿਤਾਬ 'ਚ 8-10 ਕਹਾਣੀਆਂ ਹੀ ਨੇ ਹਨਾ। ਲੰਮੀਆਂ ਕਹਾਣੀਆਂ ਲਿਖਦੇ ਨੇ ਕਿਉਂਕਿ ਇਹ 15-16 ਸਫ਼ਿਆਂ ਤੋਂ ਛੋਟੀ ਇਹਨਾਂ ਦੀ ਕਹਾਣੀ ਨਹੀਂ ਹੁੰਦੀ। ਮੈਂ ਜਿੰਨੀਆਂ ਕੁ ਵੀ ਪੜ੍ਹੀਆਂ ਮੈਨੂੰ ਇਹ ਲੱਗਿਆ ਕਿ ਇਹ ਸਾਈਕੋਲੋਜੀ ਤੋਂ ਲਿਖਦੇ ਨੇ ਹਨਾ ਕਿ ਇੱਕ ਰਿਲੇਸ਼ਨ 'ਚ ਇੱਕ ਤੀਵੀਂ ਕੀ ਸੋਚਦੀ ਆ, ਇੱਕ ਬੰਦਾ ਕੀ ਸੋਚਦਾ, ਇੱਕ ਬੰਦਾ ਕੀ ਸੋਚ ਕੇ ਜੁੜਦਾ, ਇੱਕ ਤੀਵੀਂ ਕੀ ਸੋਚ ਕੇ ਜੁੜਦੀ ਹੈ ਹਨਾ। ਉਹਨਾਂ ਨੇ ਖੁਦ ਇੱਕ ਇੰਟਰਵਿਊ 'ਚ ਕਿਹਾ ਸੀਗਾ, ਕਹਿੰਦੇ ਕਿ ਜਦੋਂ ਮੈਂ ਇੱਧਰ ਰਹਿੰਦੀ ਸੀ ਪੰਜਾਬ, ਮੈਂ ਉਹੀ ਲਿਖਦੀ ਸੀ ਜੋ ਆਲੇ ਦੁਆਲੇ ਸੀਗਾ ਹਨਾ। ਕਿ ਮੈਂ ਕਦੀ ਕਿਸੇ ਪੰਜਾਬੀ ਜਨਾਨੀ ਨੂੰ ਬਗਾਵਤ ਕਰਦੇ ਦੇਖਿਆ ਹੀ ਨਹੀਂ ਸੀ, ਇਸ ਲਈ ਮੇਰੀਆਂ ਕਹਾਣੀਆਂ 'ਚ ਉਹਨਾਂ ਦੀ ਬਗਾਵਤ ਹੈ ਨਹੀਂ ਸੀ। ਕਹਿੰਦੇ ਜਦੋਂ ਮੈਂ ਇੰਗਲੈਂਡ ਗਈ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਬਈ ਕੁੜੀਆਂ ਵੀ ਆਪਣੀ ਗੱਲ ਲਈ ਬੋਲਦੀਆਂ ਨੇ। ਉੱਥੇ ਕੁੜੀਆਂ ਨੂੰ ਵਿਆਹ ਲਾਜ਼ਮੀ ਨਹੀਂ ਲੱਗਦਾ, ਉਹਨਾਂ ਨੂੰ ਬੱਚੇ ਲਾਜ਼ਮੀ ਨਹੀਂ ਲੱਗਦੇ। ਮੈਨੂੰ ਲੱਗਦਾ ਉਹਨਾਂ ਦੇ ਵਿਸ਼ੇ ਅਸਲ 'ਚ ਉੱਧਰਲੀ ਸੁਸਾਇਟੀ ਮੁਤਾਬਕ ਨੇ ਕਿ ਇੰਗਲੈਂਡ 'ਚ ਸਾਡੀਆਂ ਕੁੜੀਆਂ ਜਾ ਕੇ ਕੀ ਚੱਲਦੀਆਂ ਨੇ ਜਾਂ ਫਿਰ ਉਹਨਾਂ ਦੇ ਮੁਕਾਬਲੇ ਉੱਧਰਲੀਆਂ ਕੁੜੀਆਂ ਕੀ ਸੋਚਦੀਆਂ ਨੇ। ਹਾਂ ਵੀਨਾ ਦੀ ਕਹਾਣੀ 'ਚ ਦੇਖਿਆ ਜਾਵੇ ਤਾਂ ਉਹਦੇ 'ਚ ਇਹੀ ਆ ਵੀ ਪਾਤਰਾਂ ਦੇ ਨਾਂ ਤਾਂ ਆਪਣੇ ਪੰਜਾਬ ਵਾਲੇ ਹੁੰਦੇ ਨੇ ਪਰ ਘਟਨਾਵਾਂ ਬਾਹਰ ਵਾਲੀਆਂ ਹੁੰਦੀਆਂ ਨੇ। ਕਿਉਂਕਿ ਇੱਕ ਤਾਂ ਉਹ ਬਾਹਰ ਰਹਿੰਦੇ ਆ ਤਾਂ ਉਹ ਜਿਹੜਾ ਕੁਝ ਦੇਖਦੇ ਆ ਆਪਣੇ ਨਾ ਉਹੀ ਕੁਝ ਲਿਖਦੇ ਆ। ਮੈਨੂੰ ਲੱਗਦਾ ਜਿਵੇਂ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਧਾਰਮਿਕ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਨਾ, ਮੈਨੂੰ ਲੱਗਦਾ ਸ਼ੀਸ਼ਾ ਨਹੀਂ ਹੁੰਦਾ। ਸਾਨੂੰ ਸ਼ੀਸ਼ਾ ਤਾਂ ਆਪਾਂ ਨੂੰ ਉਹੀ ਕੁਝ ਦਿਖਾਊਗਾ ਜਿਹੜਾ ਕੁਝ ਆਪਾਂ ਦੇਖਾਂਗੇ। ਮੈਨੂੰ ਲੱਗਦਾ ਵੀ ਇੱਕ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਆਪਾਂ ਕਿਸੇ ਚੀਜ਼ ਦੀ ਫੋਟੋ ਸਟੇਟ ਕਰਦੇ ਆ, ਇੱਕ ਆਪਾਂ ਕਿਸੇ ਚੀਜ਼ ਦੀ ਸਕੈਨ ਕਰਦੇ ਆ, ਆਪਾਂ ਐਕਸਰਾ ਕਰਦੇ ਆ, ਅੰਦਰੋਂ ਟੁੱਟੀਆਂ ਹੋਈਆਂ ਹੱਡੀਆਂ ਦਿਖਾਉਂਦਾ ਆਪਾਂ ਨੂੰ ਨਾ। ਫੋਟੋ ਸਟੇਟ ਆਪਾਂ ਨੂੰ ਦਿਖਾਊਗੀ ਜੋ ਬਾਹਰ ਪਿਆ ਉਹਨੇ ਉਹੀ ਕਰ ਦੇਣਾ ਹੁੰਦਾ ਨਾ। ਤਾਂ ਜਿਹੜਾ ਸਾਹਿਤ ਹੁੰਦਾ ਮਤਲਬ ਸਮਾਜ ਦੀ ਸਕੈਨ ਹੁੰਦੀ ਆ, ਜਿਹੜਾ ਕੁਝ ਕੰਨਾਂ ਦੇ ਉੱਲੇ ਵਾਪਰਦਾ ਉਹ ਕਿਤਾਬਾਂ ਦੇ ਵਿੱਚ ਆਪਣੇ ਸਾਹਮਣੇ ਆ ਜਾਂਦਾ। ਤਾਂ ਹੁਣ ਜਿਵੇਂ ਵੀਨਾ ਦੀਆਂ ਕਹਾਣੀਆਂ ਨੇ ਸਾਈਕੋਲੋਜੀ, ਮੈਨੂੰ ਤਾਂ ਸਾਹਿਤ ਸਾਈਕੋਲੋਜੀ ਆ। ਹੁਣ ਇੱਕ ਜਿਵੇਂ ਜਿਹੜੇ ਉਹਦੇ ਕਰੈਕਟਰ ਨੇ ਉਹਨਾਂ ਕਰੈਕਟਰਾਂ ਦੀ ਸਾਈਕੋਲੋਜੀ ਆ। ਹੁਣ ਰਜਾਈ ਕਹਾਣੀ ਦੇ ਵਿੱਚ 3 ਮਰਦ ਮੇਰੇ ਸਾਹਮਣੇ ਆਉਂਦੇ ਨੇ। ਇੱਕ ਉਹ ਆ ਜਿਹੜਾ ਉਹਦਾ ਘਰ ਵਾਲਾ ਹੁੰਦਾ ਜਿਹੜਾ ਬਾਹਰ ਗਿਆ ਮੁੜ ਕੇ ਮੁੜਦਾ ਨਹੀਂ ਗਿਆ, ਇੱਕ ਉਹ ਘਰ ਵਾਲਾ। ਦੂਜਾ ਜਿਹਦੇ ਕੋਲ ਉਹ ਰਹਿੰਦੀ ਆ ਮਤਲਬ ਜਦੋਂ ਕੋਈ ਬੱਚਿਆਂ ਨੂੰ ਲੈ ਕੇ ਆਉਂਦੀ ਆ ਹਨਾ ਤੇ ਉਹ ਤੋਂ ਰਜਾਈ ਮੰਗਦੀ ਆ ਵੀ ਮੈਨੂੰ ਦੇ ਦਿਓ ਨਾ, ਉਹ ਮਰਦ ਨੂੰ ਸਤਿਕਾਰ ਕਰਦਾ, ਉਹਨੂੰ ਰੱਖਦਾ। ਇੱਕ ਤੀਜਾ ਮਰਦ ਹੋਰ ਉਹਦਾ ਛੋਟਾ ਜਿਹਾ ਰੋਲਾ, ਜਦੋਂ ਦੁੱਧ ਲੈਣ ਜਾਂਦੀ ਦੁਕਾਨ ਤੇ ਉਹਦੀ ਬਾਂਹ ਫੜ ਲੈਂਦਾ। ਉੱਤੇ ਮੈਨੂੰ ਲੱਗਦਾ ਵੀ 3 ਇੱਥੇ 'ਚ ਮਰਦ ਦੀਆਂ 3 ਮਾਨਸਿਕਤਾ ਆ ਗਈਆਂ ਨਾ। ਇਹਦੇ ਮੈਨੂੰ ਮਤਲਬ ਇੱਕ ਚੀਜ਼ ਇਹ ਬਹੁਤ ਵਧੀਆ ਲੱਗੀ
ਕਿ ਕੋਈ ਵੀ ਰਿਸ਼ਤਾ ਜਿਹਨੂੰ ਸੋਸਾਇਟੀ ਮਤਲਬ ਮਾਨਤਾ ਦਿੰਦੀ ਹੈ ਨਾ, ਜਿਹਦੇ 'ਚ ਆਪਾਂ ਵਿਆਹ ਕਹਿ ਦਿੰਦੇ ਹਾਂ, ਕਿ ਜ਼ਰੂਰੀ ਨਹੀਂ ਕਿ ਸਾਰਾ ਕੁਝ ਤੁਹਾਨੂੰ ਜ਼ਿੰਦਗੀ 'ਚ ਉਹੀ ਦੇ ਸਕਦਾ, ਉਹੀ ਤੁਹਾਨੂੰ ਪ੍ਰੋਟੈਕਟ ਕਰੂਗਾ ਲਾਈਫ 'ਚ ਨਾ। ਹੁਣ ਇਹਦੇ 'ਚ ਕਿੰਨੀ ਆਪਾਂ ਜਦੋਂ ਪੜ੍ਹਦੇ ਹਾਂ ਕਿ ਉਹ ਬੰਦਾ ਜਿਹੜਾ ਪੰਜਾਬ ਤੋਂ ਜਾਂਦਾ 2 ਬੱਚੇ ਪੈਦਾ ਕਰਕੇ, ਤੇ ਉਹ ਜਨਾਨੀ ਜਦੋਂ ਉਹਦੇ ਪਿੱਛੇ ਜਾਂਦੀ ਹੈ, ਉੱਥੇ ਜਾ ਕੇ ਉਹ ਕਹਿ ਦਿੰਦਾ ਕਿ ਮੈਂ ਤਾਂ ਤੈਨੂੰ ਰੱਖ ਹੀ ਨਹੀਂ ਸਕਦਾ। ਇਹਦਾ ਮਤਲਬ ਉਹਦੇ ਲਈ ਵਿਆਹ ਵਾਲੀ ਚੀਜ਼ ਤਾਂ ਕੋਈ ਵੈਲਿਊ ਹੀ ਨਹੀਂ ਕਰਦੀ। ਤੇ ਇੱਕ ਉਹ ਬੰਦਾ ਜਿਹਦੀ ਉਹ ਕੁਝ ਵੀ ਨਹੀਂ ਲੱਗਦੀ ਹੈ ਨਾ, ਉਹਨੂੰ ਉਹਦੇ ਬੱਚਿਆਂ ਦਾ ਵੀ ਮੋਹ ਆ ਰਿਹਾ, ਤੇ ਉਹਨੂੰ ਉਹ ਜਨਾਨੀ ਵੀ ਚੰਗੀ ਲੱਗਦੀ ਆ। ਤੇ ਇਸ ਕਹਾਣੀ ਬਾਰੇ ਵੀ ਜੇ ਆਪਾਂ ਗੱਲ ਕਰੀਏ ਤਾਂ ਇਹ ਹੈ ਕਿ ਇੱਕ ਬੰਦਾ ਪੰਜਾਬ ਤੋਂ ਇੰਗਲੈਂਡ ਚਲਿਆ ਜਾਂਦਾ, 2 ਬੱਚੇ ਨੇ, ਉਹਦੀ ਘਰ ਵਾਲੀ ਉਹਨੂੰ ਇੱਥੇ ਛੱਡ ਜਾਂਦਾ ਹੈ ਨਾ। ਤੇ ਜਦੋਂ ਉਸ ਬੰਦੇ ਦਾ ਪਿਓ ਸਮਝਦਾ ਕਿ ਮੈਂ ਬੱਚਿਆਂ ਦੀ ਤੇ ਆਪਦੀ ਨੂੰਹ ਦੀ ਜ਼ਿੰਮੇਵਾਰੀ ਨਹੀਂ ਕਰ ਸਕਦਾ, ਤਾਂ ਉਹ ਉਹਨਾਂ ਨੂੰ ਇੰਗਲੈਂਡ ਭੇਜ ਦਿੰਦਾ। ਉੱਥੇ ਜਾ ਕੇ ਬੰਦਾ ਕਹਿੰਦਾ ਮੈਂ ਵਿਆਹ ਨਹੀਂ, ਮਤਲਬ ਮੈਂ ਤੇਰੇ ਨਾਲ ਵਿਆਹ 'ਚ ਨਹੀਂ ਰਹਿ ਸਕਦਾ, ਕਿਉਂਕਿ ਮੈਂ ਇੱਥੇ ਇੱਕ ਹੋਰ ਵਿਆਹ ਕਰਾ ਲਿਆ। ਤੇ ਉਸੇ ਜਨਾਨੀ ਨੂੰ ਕੋਈ ਦੂਜਾ ਬੰਦਾ ਸੰਭਾਲਦਾ, ਜਿਹਦੇ ਤੋਂ ਸਿਰਫ ਉਹ ਇੱਕ ਰਾਤ ਲਈ ਇੱਕ ਕੱਪੜਾ ਮੰਗਣ ਗਈ ਸੀਗੀ ਕਿ ਮੇਰੇ ਨਿਆਣੇ ਠੰਡ 'ਚ ਮਰ ਰਹੇ ਨੇ, ਹੈ ਨਾ, ਤੂੰ ਇਹਨਾਂ ਨੂੰ ਕੋਈ ਨਹੀਂ। ਇਹਦੇ 'ਚ ਹਰਪਿੰਦਰ, ਇਹਦੇ 'ਚ ਦੇਖਿਆ ਜਾਵੇ ਤਾਂ ਇੱਕ ਤਰਾਸਦੀ ਰਹੀ ਹੈ ਨਾ। ਇੱਕ ਹੁਣ ਥੋੜਾ ਜਿਹਾ ਟ੍ਰੈਂਡ ਬਦਲਿਆ। ਹੁਣ ਜਿਵੇਂ ਕੁੜੀਆਂ ਆਈਲੈਟਸ ਕਰਕੇ ਬਾਹਰ ਚਲੇ ਜਾਂਦੀਆਂ ਤੇ ਮੁੰਡੇ ਇੱਧਰ ਰਹਿ ਜਾਂਦੇ ਨਾ। ਇੱਕ ਦੌਰ ਲੰਘਿਆ ਮੈਨੂੰ ਲੱਗਦਾ, ਉਦੋਂ ਬਹੁਤ ਕੁੜੀਆਂ ਇੱਧਰ ਆਈ ਰਹੀਆਂ ਨੇ, ਉਹਨਾਂ ਦੇ ਵਿਆਹ ਹੋ ਗਿਆ, ਮੁੰਡੇ ਬਾਹਰ ਚਲੇ ਗਏ ਹਸਬੈਂਡ ਉਹਨਾਂ ਦੇ ਨਾ, ਤੇ ਉਹ ਮੁੜ ਕੇ ਉਹਨੂੰ ਲੈਣ ਹੀ ਨਹੀਂ ਆਏਗੇ। ਵੀ ਜਿਵੇਂ ਆਪਾਂ ਕਹਿ ਦਈਏ ਹੁਣ ਆਪਾਂ ਬੈਂਡਾਂ ਨਾਲ ਵਿਆਹ ਕਰਦੇ ਹਾਂ, ਉਦੋਂ ਪਾਸਪੋਰਟਾਂ ਨਾਲ ਵਿਆਹ ਹੁੰਦੇ ਸੀਗੇ ਨਾ। ਤੇ ਉਦੋਂ ਇੱਕ ਇਹ, ਹੁਣ ਤਾਂ ਚਲੋ ਲੋਕਾਂ ਨੂੰ ਪਤਾ ਲੱਗ ਗਿਆ, ਉਦੋਂ ਪਾਸਪੋਰਟ ਨੂੰ ਵੀ ਇਹੀ ਕਿਹਾ ਜਾਂਦਾ ਸੀ ਕਿ ਵੀ ਬਾਹਰ ਦੇ ਕਾਗਜ਼ ਬਣੀ ਜਾਂਦੇ ਆ। ਤੇ ਸੱਚੀ ਮੇਰੇ ਧਿਆਨ 'ਚ ਆ ਵੀ ਜਿਹੜੇ ਸਿਰਫ ਇਸੇ ਕਰਕੇ ਰਿਸ਼ਤੇ ਹੋ ਗਏ ਵੀ ਮੁੰਡੇ ਦਾ ਪਾਸਪੋਰਟ ਬਣਿਆ ਸੀਗਾ, ਵੀ ਬਾਹਰ ਜਾਣ ਦੇ ਕਾਗਜ਼ ਬਣੇ ਹੋਏ ਆ, ਤੇ ਉਹ ਬਾਹਰ ਵੀ ਨਹੀਂ ਗਿਆ, ਉਹ ਇੱਥੇ ਹੀ ਰਹਿ ਗਿਆ ਮੁੰਡਾ, ਕਿਉਂਕਿ ਬਣਿਆ ਤਾਂ ਇਕੱਲਾ ਪਾਸਪੋਰਟ ਹੀ ਸੀਗਾ। ਤੇ ਮੈਂ ਉਦੋਂ ਕਹਿੰਦਾ ਉਦੋਂ ਪਾਸਪੋਰਟ ਨਾਲ ਵਿਆਹ ਹੋਇਆ, ਹੁਣ ਪਿੰਡਾਂ ਨਾਲ ਹੁੰਦੇ ਆ ਨਾ। ਤਾਂ ਇਹਦੇ 'ਚ ਕਹਾਣੀ 'ਚ ਥੋੜਾ ਜਿਹਾ ਬਦਲਿਆ ਗਿਆ ਨਾ। ਇਹਦੇ 'ਚ ਕੁੜੀ ਉੱਥੇ ਚਲੀ ਜਾਂਦੀ ਹੈ, ਇੰਗਲੈਂਡ ਮਗਰ ਚਲੀ ਜਾਂਦੀ ਆ, ਉੱਥੇ ਇੱਕ ਹੋਰ ਬੰਦੇ ਨਾਲ ਉਹਦੀ ਹਮਦਰਦੀ ਹੁੰਦੀ ਆ, ਮਤਲਬ ਉਹਦੇ ਬੱਚਿਆਂ ਨੂੰ ਸੰਭਾਲਦਾ, ਤੇ ਉਹ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਆ ਨਾ, ਇੱਕ ਉਹਨਾਂ ਦੀ ਸਾਂਝ ਬਣ ਜਾਂਦੀ ਆ। ਤੇ ਜੇ ਆਪਾਂ ਅਸਲੀਅਤ 'ਚ ਦੇਖੀਏ ਤਾਂ ਬਹੁਤ ਕੁੜੀਆਂ ਤੋਂ ਉੱਥੇ ਨਹੀਂ ਜਾਇਆ ਗਿਆ ਮਗਰ, ਪਰ ਉਹਨਾਂ ਨੂੰ ਉਹ ਰਿਸ਼ਤੇ ਇੱਥੇ ਹੀ ਲੱਭ ਗਏ, ਜਿਨ੍ਹਾਂ ਨੂੰ ਆਪਣੇ ਲੋਕ ਸਮਾਜ ਕਹਿੰਦਾ। ਮੈਂ ਸ਼ਾਇਦ ਜਸਵੰਤ ਸਿੰਘ ਕੰਵਲ ਦੀ ਹੀ ਗੱਲ ਹੈ, ਇੱਕ ਵਾਰ ਮੈਨੂੰ ਹੋਰ ਕਿਸੇ ਲੇਖਕ ਨੇ ਕਿਹਾ ਸੀਗਾ ਵੀ ਜਿਨ੍ਹਾਂ ਨੂੰ ਲੋਕ ਨਜਾਇਜ਼ ਰਿਸ਼ਤੇ ਸਮਝਦੇ, ਅਸਲ 'ਚ ਉਹੀ ਜਾਇਜ਼ ਰਿਸ਼ਤੇ ਹੁੰਦੇ ਆ। ਹੁਣ ਇੱਕ ਬੰਦੇ ਨੇ ਵਿਆਹ ਕਰਵਾ ਕੇ ਉਹਨੂੰ ਪਤਾ ਨਹੀਂ ਗਾ ਵੀ ਮੇਰੀ ਘਰ ਵਾਲੀ ਕਿੱਥੇ ਫਿਰਦੀ ਹੈ, ਕਿਵੇਂ ਜਵਾਕ ਪਾਲਦੀ ਹੈ, ਕੀ ਸੰਭਾਲਦੀ, ਉਹਦਾ ਜਾਇਜ਼ ਰਿਸ਼ਤਾ ਮੰਨ ਲਿਆ ਸੀ। ਇੱਕ ਬੰਦਾ ਉਹਨਾਂ ਹੀ ਬੱਚਿਆਂ ਨੂੰ ਵੀ ਸੰਭਾਲ ਰਿਹਾ, ਉਹ ਜਨਾਨੀ ਦੀ ਕੇਅਰ ਵੀ ਕਰ ਰਿਹਾ, ਉਹਨੂੰ ਅਸੀਂ ਨਜਾਇਜ਼ ਰਿਸ਼ਤਾ ਮੰਨਦੇ ਆ ਨਾ। ਤਾਂ ਉਸ ਸਮੇਂ ਦੇ ਵਿੱਚ ਅਸਲੀਅਤ ਦੇ ਵਿੱਚ ਇਹੋ ਜਿਹੇ ਰਿਸ਼ਤੇ ਬਣੇ, ਬਹੁਤ ਰਿਸ਼ਤੇ ਬਣੇ, ਹੁਣ ਵੀ ਸ਼ਾਇਦ ਬਣਦੇ ਹੋਣਗੇ ਨਾ। ਤਾਂ ਮੈਨੂੰ ਉਦੋਂ ਐਂ ਲੱਗਿਆ ਵੀ ਇਹਦੇ 'ਚ ਵੀਨਾ ਵਰਮਾ ਉਹਨੂੰ ਔਰਤ ਨੂੰ ਇੰਗਲੈਂਡ ਲੈ ਗਈ ਹੈ ਨਾ, ਤੇ ਪਰ ਅਸਲ 'ਚ ਬਹੁਤ ਔਰਤਾਂ ਤੋਂ ਉੱਥੇ ਨਹੀਂ ਜਾਇਆ ਗਿਆ, ਪਰ ਉਹਨਾਂ ਨੂੰ ਉਹੀ ਬੰਦੇ ਇੱਥੇ ਮਿਲ ਗਏ, ਤੇ ਉਹਨਾਂ ਨਾਲ ਉਹਨਾਂ ਨੇ ਸਾਰੀ ਜ਼ਿੰਦਗੀ ਕੱਢ ਲਈ ਆ ਉਹਦੀ। ਬਿਲਕੁਲ। ਔਰ ਇੱਕ ਚੀਜ਼ ਮੈਨੂੰ ਜਿਹੜੀ ਲੱਗਦੀ ਆ ਕਿ ਇਹੀ ਜਿਹੜੀ ਤੂੰ ਜਾਇਜ਼ ਨਜਾਇਜ਼ ਵਾਲੀ ਹੈ ਨਾ, ਤੂੰ ਆਪਾਂ ਨੇ ਗੱਲ ਕੀਤੀ ਕਿ ਉਹ ਕਿੰਨੀ ਇਹ 'ਚ ਇੱਕ ਜਦੋਂ ਕਹਿੰਦੀ ਹੈ ਕਿ ਬਾਹਰ ਲੋਕ ਤੇਰੇ ਤੇ ਮੇਰੇ ਬਾਰੇ ਗੱਲਾਂ ਕਰਦੇ, ਤੂੰ ਮੇਰੇ ਤੇ ਚਾਦਰ ਪਾ ਲਾ, ਹੈ ਨਾ, ਮਤਲਬ ਅਸੀਂ ਫਿਰ ਵੀ ਇੱਕ ਕਿੰਨੇ ਬੁਰੇ ਰਿਸ਼ਤੇ ਤੋਂ ਨਿਕਲ ਕੇ ਵੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਇੱਕ ਰਿਸ਼ਤੇ ਦਾ ਇੱਕ ਨਾਂ ਹੋਣਾ ਚਾਹੀਦਾ, ਹੈ ਨਾ। ਤੇ ਉਹ ਅਸੀਂ ਕਾਹਦੇ ਲਈ ਕਰ ਰਹੇ ਹਾਂ, ਅਸੀਂ ਲੋਕਾਂ ਲਈ ਕਰਦੇ ਹਾਂ। ਹਾਂ ਇਹਦੇ ਇੱਥੇ ਅੱਗੇ ਜਾ ਕੇ ਇਸੇ ਕਹਾਣੀ ਦੇ ਵਿੱਚ ਲੋਕ ਕਹਿੰਦੇ ਚਾਦਰ ਪਾ ਲੈਣੇ ਨਾ, ਵੀ ਲੋਕ ਗੱਲਾਂ ਕਰਦੇ ਆ, ਤੇ ਇਸੇ ਕਹਾਣੀ ਦਾ ਅਗਲਾ ਡਾਇਲੋਗ ਇਹ ਬੰਦਾ ਇਹ ਕਹਿੰਦਾ ਵੀ ਲੋਕਾਂ ਦੀ ਪਰਵਾਹ ਨਾ ਕਰ ਨਾ, ਲੋਕਾਂ ਦੀ ਸੁਣਨ ਛੱਡ ਦੇ ਤੂੰ, ਕੀ ਆ। ਇਹਦੇ 'ਚ ਵੀ ਮੈਨੂੰ ਲੱਗਦਾ ਵੀ 2 ਸਾਈਕੋਲੋਜੀਆਂ ਕੰਮ ਕਰਦੀਆਂ ਨੇ ਨਾ। ਉਹ ਔਰਤ ਇੱਥੋਂ ਗਈ ਸੀਗੀ, ਉਹਦੇ ਤੇ ਇੱਥੋਂ ਵਾਲਾ ਕਲਚਰ ਹਾਵੀ ਸੀਗਾ, ਉਹਨੂੰ ਲੱਗਦਾ ਸੀਗਾ ਵੀ ਵਿਆਹ ਕਰਵਾਉਣਾ ਜ਼ਰੂਰੀ ਆ। ਜਿਹੜਾ ਉਹ ਬੰਦਾ ਸੀ, ਉਹ ਬੰਦਾ ਫੌਜੀ ਸੀਗਾ ਹੈ ਨਾ, ਤੇ ਉੱਥੇ ਰਹਿ ਰਿਹਾ ਸੀਗਾ ਇੰਗਲੈਂਡ ਦੇ ਵਿੱਚ, ਤਾਂ ਉਹਦੇ ਤੇ ਉੱਥੋਂ ਦਾ ਕਲਚਰ ਦਾ ਪ੍ਰਭਾਵ ਸੀਗਾ। ਉਹਨੂੰ ਲੱਗਦਾ ਸੀਗਾ ਵੀ ਬਿਨਾਂ ਵਿਆਹ ਤੋਂ ਵੀ ਆਪਾਂ ਰਹਿ ਸਕਦੇ ਹਾਂ। 2 ਸਾਈਕੋਲੋਜੀਆਂ ਇੱਥੇ ਵੀ 2 ਅਲੱਗ-ਅਲੱਗ ਹੋ ਗਈਆਂ, ਕਿਉਂਕਿ ਜਦੋਂ ਬੰਦਾ ਇੱਥੋਂ ਜਾਂਦਾ ਤੇ 15 ਦਿਨਾਂ 'ਚ, ਮਹੀਨੇ ਦਿਨਾਂ 'ਚ ਤਾਂ ਬੰਦਾ ਬਦਲਦਾ ਨਹੀਂ ਹੈਗਾ ਨਾ। ਤੇ ਉਹਨੂੰ ਔਰਤ ਨੂੰ ਉੱਥੇ ਜਾ ਕੇ ਲੱਗਿਆ ਵੀ ਮੈਨੂੰ ਲੋਕ ਕੀ ਆਖਣਗੇ ਵੀ ਮੈਂ ਬਿਨਾਂ ਵਿਆਹ ਤੋਂ ਬੰਦੇ ਨਾਲ ਰਹੀ ਜਾਂਦੀ ਇਹਦੇ ਨਾਲ, ਤਾਂ ਕਰਕੇ ਉਹਨੇ ਉੱਥੇ ਕਿਹਾ ਨਾ। ਉੱਥੇ ਵੀ ਮੈਨੂੰ 2 ਸੱਭਿਆਚਾਰ ਆਪਸ ਵਿੱਚ ਹੀ ਵਾਰਤਾਲਾਪ ਜੇ ਕਰਦੇ ਲੱਗੇ ਵੀ 2 ਕਲਚਰ ਗੱਲਾਂ ਕਰ ਰਹੇ ਆ ਇਹ। ਸਹੀ ਗੱਲ ਹੈ। ਤੇ ਇਹ 'ਚ ਵੀ ਮੈਨੂੰ ਮਤਲਬ ਸਭ ਤੋਂ ਵਧੀਆ ਮੈਨੂੰ ਰਜਾਈ ਕਹਾਣੀ 'ਚ ਜਦੋਂ ਗੁਰਦੀਪ ਨੇ ਪੜ੍ਹੀ ਨਾ, ਅਸੀਂ ਇਹਦੇ ਬਾਰੇ ਗੱਲ ਕੀਤੀ, ਮੈਂ ਬਹੁਤ ਪਹਿਲਾਂ ਦੀ ਪੜ੍ਹੀ ਹੋਈ ਸੀ, ਤਾਂ ਮੈਂ ਗੁਰਦੀਪ ਨੂੰ ਪੁੱਛਣ ਲੱਗ ਗਈ ਵੀ ਤੈਨੂੰ ਕਿਵੇਂ ਲੱਗੀ। ਗੁਰਦੀਪ ਕਹਿੰਦੀ ਮੈਨੂੰ ਹਾਲੇ ਤੱਕ ਵੀ ਉਹ ਨਿੱਘ ਮਹਿਸੂਸ ਹੋ ਰਿਹਾ, ਮੈਨੂੰ ਲੱਗਦਾ ਕਿ ਮੈਂ ਇਸ ਕਹਾਣੀ ਤੋਂ ਬਾਅਦ ਵੀਨਾ ਦੀ ਹਲੇ ਹੋਰ ਕੋਈ ਕਹਾਣੀ ਨਾ ਪੜ੍ਹਾਂ, ਮੈਂ ਇਹਨੂੰ ਮਹਿਸੂਸ ਕਰਨਾ ਚਾਹੁੰਦੀ ਹਾਂ ਨਾ। ਮੈਨੂੰ ਲੱਗਦਾ ਇਹਨਾਂ ਦੀ ਇਹੀ ਖੂਬਸੂਰਤੀ ਹੈ ਕਿ ਇਹਨਾਂ ਦੀ ਇੱਕ ਕਹਾਣੀ ਪੜ੍ਹਨ ਤੋਂ ਬਾਅਦ ਆਪਾਂ ਦੂਜੀ ਪੜ੍ਹਨ ਲਈ ਵੀ ਵਕਤ ਚਾਹੁੰਦੇ ਹਾਂ। ਆਪਾਂ ਨੂੰ ਲੱਗਦਾ ਕਿ ਮੈਂ ਪਹਿਲਾਂ ਇਸੇ ਕਹਾਣੀ ਨੂੰ ਫੀਲ ਕਰਾਂ। ਹੁਣ ਇਹਦੇ 'ਚ ਕਿੰਨਾ ਸੋਹਣੀ ਚੀਜ਼ ਆ ਵੀ ਆਪਾਂ ਆਮ ਮੰਨਦੇ ਹਾਂ, ਆਮ ਧਾਰਨਾ ਆਪਾਂ ਗੱਲਾਂ ਕਰਦੇ ਵੀ ਔਰਤ ਮਰਦ ਦੇ ਵਿੱਚ ਫਿਜ਼ੀਕਲੀ ਅਟਰੈਕਸ਼ਨ ਕਰਕੇ ਰਿਸ਼ਤੇ ਹੁੰਦੇ ਆ ਨਾ। ਜਦੋਂ ਇਹਦਾ ਜਿਹੜਾ ਮੁੱਖ ਪਾਤਰ ਆ ਹਨਾ, ਬਿਲਕੁਲ ਉਹਨਾਂ 'ਚ ਕੋਈ ਇਹੋ ਜਿਹਾ ਰਿਸ਼ਤਾ ਕੋਈ ਰਿਸ਼ਤਾ ਹੀ ਹੈ ਨਹੀਂ ਇਹੋ ਜਿਹਾ ਹਨਾ, ਉਹਨੂੰ ਉਹਦਾ ਮਤਲਬ ਨਹੀਂ ਸੀ ਕੋਈ ਵੀ, ਪਰ ਫਿਰ ਵੀ ਉਹਨੇ ਸੰਭਾਲਿਆ ਹੋ ਹਨਾ। ਤਾਂ ਉਹ ਮਰਦ ਕਿੰਨਾ ਸੋਹਣਾ ਹੋਊਗਾ ਜਿਹੜਾ ਉਹ ਕਰੈਕਟਰ ਆ ਮੇਨ ਬੰਦੇ ਨੂੰ ਸੰਭਾਲਦਾ ਹਨਾ। ਮੈਨੂੰ ਇਹ ਚੀਜ਼ਾਂ ਸੋਹਣੀਆਂ ਲੱਗੀਆਂ, ਉਹਦੀ ਇਹੀ ਚੀਜ਼ ਸੋਹਣੀ ਲੱਗੀ, ਕਿਉਂਕਿ ਸ਼ੁਰੂ ਤਾਂ ਪਤਾ ਨਹੀਂ ਲੱਗਦਾ, ਅਖੀਰ ਵਿਚਾਲੇ ਜਾ ਕੇ ਪਤਾ ਲੱਗਦਾ ਹੈ ਨਾ ਵੀ ਬੰਦਾ ਵਿਆਹ ਕਰਵਾਉਣ ਦੇ ਕਾਬਲ ਹੈ ਨਹੀਂ ਗਾ, ਜਦੋਂ ਉਹਨੂੰ ਕਹਿੰਦੀ ਹੈ ਵੀ ਤੂੰ ਮੇਰੇ ਨਾਲ ਵਿਆਹ ਕਰਵਾ ਲਾ। ਤਾਂ ਮੈਨੂੰ ਉਹ ਚੀਜ਼ ਬਹੁਤ ਸੋਹਣੀ ਲੱਗੀ। ਉਦੋਂ ਵੀ ਮੈਨੂੰ ਲੱਗਿਆ ਵੀ ਇੱਕ ਬੰਦਾ ਉਹਨੂੰ ਦੁੱਧ ਲੈਣ ਗਈ ਨੂੰ ਉਹਦੀ ਬਾਂਹ ਫੜੀ ਜਾਂਦਾ ਹੈ ਨਾ, ਉਹ ਵੀ ਬੰਦਾ ਹੀ ਆ, ਤੇ ਇੱਕ ਦੇ ਉਹ ਘਰੇ ਬੈਠੀ ਹੋਈ ਆ, ਉਹਨੂੰ ਉਹ ਲੋੜ ਹੀ ਹੈ ਨਹੀਂ, ਫਿਰ ਵੀ ਉਹਦੀ ਸੰਭਾਲ ਕਰੀ ਜਾਂਦਾ। ਔਰ ਇੱਕ ਦੇ ਉਹ ਬੱਚਿਆਂ ਦੀ ਮਾਂ, ਉਹ ਵੀ ਬੰਦਾ ਹੀ ਹੈ ਨਾ।
ਤੇ ਇਹੀ ਤਾਂ ਚੀਜ਼ਾਂ ਨੇ ਕਿ ਅਸੀਂ ਜਿਵੇਂ ਆਪਾਂ ਨਾ ਸ਼ੁਰੂ 'ਚ ਗੱਲ ਕਰਦੇ ਸੀਗੇ ਵੀ ਕਈ ਲੋਕ ਕਹਿ ਦਿੰਦੇ ਨੇ ਕਿ ਜ਼ਿਆਦਾਤਰ ਵੀਨਾ ਵਰਮਾ ਉਹਨਾਂ ਨੇ ਔਰਤਾਂ ਤੇ ਹੀ ਲਿਖਿਆ। ਮਤਲਬ ਔਰਤ ਤੇ ਲਿਖਣਾ ਵੀ ਇੱਕ ਸਾਈਕੋਲੋਜੀ ਨਾਲ ਜੁੜੀ ਹੋਈ ਚੀਜ਼ ਆ। ਜਿਵੇਂ ਇਹਨਾਂ ਦੀ ਆਪਣੀ ਜ਼ਿੰਦਗੀ ਦਾ ਵੀ ਇੱਕ ਪਾਰਟ ਆ। ਬਹੁਤ ਛੋਟੀ ਉਮਰ 'ਚ ਵਿਆਹ ਕਰਾ ਕੇ ਚਲੇ ਗਏ ਹੈ ਨਾ। ਉਹ ਵੀ ਇੰਗਲੈਂਡ ਸਿਟੀਜ਼ਨ ਬੰਦਾ ਸੀਗਾ ਤੇ ਬਹੁਤ ਛੇਤੀ ਇਹਨਾਂ ਦਾ ਡਿਵੋਰਸ ਹੋ ਗਿਆ। ਮੈਨੂੰ ਲੱਗਦਾ ਕਿ ਜਿਵੇਂ ਉਹਨਾਂ ਨੇ ਇੱਕ ਜਗ੍ਹਾ ਲਿਖਿਆ ਹੋਇਆ ਸੀ ਕਿ ਹਰ ਕਹਾਣੀ 'ਚ ਮੇਰੀ ਨਹੀਂ ਹੈ ਪਰ ਹਰ ਕਹਾਣੀ 'ਚ ਮੈਂ ਹੈ ਨਾ। ਤੇ ਉਹ ਚੀਜ਼ ਹੈ ਕਿ ਜਿੰਨੀ ਪੇਨ ਕਿਸੇ ਜਨਾਨੀ ਦੀ ਤਕਲੀਫ ਬਾਰੇ ਜਾਂ ਉਹਦੇ ਛੱਡੇ ਜਾਣ ਬਾਰੇ, ਉਹਦੇ ਕਿਸੇ ਵੱਲੋਂ ਅਪਣਾਏ ਜਾਣ ਬਾਰੇ ਉਹ ਲਿਖ ਸਕਦੇ ਨੇ, ਉਹ ਕਿਤੇ ਨਾ ਕਿਤੇ ਆਪਣੀ ਤਕਲੀਫ ਨੂੰ ਵੀ ਉਸ ਚੀਜ਼ 'ਚ ਪਾ ਉਹਨਾਂ ਨੇ ਰੁਪਿੰਦਰ ਮਿਸ਼ਨ ਬਣਾ ਲਿਆ ਕਿ ਉਹਨੇ ਸਿਰਫ ਔਰਤਾਂ ਦੀ ਹੀ ਗੱਲ ਕਰਨੀ ਆ। ਜਿਵੇਂ ਕੋਈ ਵੀ ਕਿਸੇ ਵੀ ਬੰਦੇ ਦਾ ਮਿਸ਼ਨ, ਕਿਸੇ ਨੇ ਕਹਿਤਾ ਵੀ ਮੈਂ ਤਾਂ ਬੂਟੇ ਲਾਉਣੇ ਹਨਾ, ਵੀ ਮੈਂ ਤਾਂ ਸਿਰਫ ਬੂਟੇ ਹੀ ਲਾਉਣੇ ਨੇ। ਕੋਈ NGO ਖੋਲ੍ਹ ਲਿਆ ਕਿਸੇ ਨੇ ਕਹਿਤਾ ਵੀ ਮੈਂ ਸਿਰਫ ਜਿਹੜੇ ਪਾਗਲ ਬੰਦੇ ਨੇ ਉਹਨਾਂ ਨੂੰ ਸੰਭਾਲਣਾ। ਉਹਨਾਂ ਨੇ ਇੱਕ ਮਿਸ਼ਨ ਬਣਾ ਲਿਆ। ਤਾਂ ਮੈਨੂੰ ਲੱਗਦਾ ਹੁੰਦਾ ਕਿ ਵੀਨਾ ਨੇ ਇਹ ਮਿਸ਼ਨ ਬਣਾਇਆ ਹੋਇਆ ਕਿ ਮੈਂ ਔਰਤਾਂ ਦੇ ਦੁੱਖ ਦੀ ਗੱਲ ਪਹਿਲ ਦੇ ਆਧਾਰ ਤੇ ਕਰਨੀ ਹੈ। ਦੇਖਿਆ ਜਾਵੇ ਤਾਂ ਉਹਦੀ ਕਹਾਣੀ 'ਚ ਮਰਦਾਂ ਦੀ ਗੱਲ ਵੀ ਹੈਗੀ। ਹੁਣ ਉਹਦੇ 'ਚ ਉਹਨੇ ਜਿਹੜਾ ਮਰਦ ਰਜਾਈ 'ਚ ਕਹਾਣੀ ਜਿਹੜਾ ਮਰਦ ਬੱਚਿਆਂ ਨੂੰ ਸੰਭਾਲਦਾ, ਕਿੰਨਾ ਸੋਹਣਾ ਮਰਦ ਪੇਸ਼ ਕੀਤਾ, ਕਿੰਨਾ ਸੋਹਣਾ ਪੇਸ਼ ਕੀਤਾ। ਔਰ ਗੁਲਬਾਨੋ 'ਚ ਜਿਹੜਾ ਉਹਨੂੰ ਸੰਭਾਲ ਰਿਹਾ ਉਹਨੇ ਕਿੰਨਾ ਸੋਹਣਾ ਉਹਨੇ ਕਿੰਨਾ ਸੋਹਣਾ। ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਮਰਦਾਂ ਦੇ ਵਿਰੁੱਧ ਲਿਖਦੀ ਆ, ਇਹ ਔਰਤਾਂ ਦੇ ਦਿਖਾਂਤ ਨੂੰ ਪਹਿਲ ਦੇ ਆਧਾਰ ਤੇ ਪੇਸ਼ ਕਰਦੀ ਹੈ ਨਾ। ਇੱਕ ਇਹ ਵੀ ਮੈਨੂੰ ਲੱਗਦਾ ਹੁੰਦਾ ਵੀ ਆਪਾਂ ਜਿਹੜੀ ਜਿਹਨੂੰ ਜੇ ਆਪਾਂ ਹੁਣ ਕਿਸੇ ਨਸ਼ੇ ਵਾਲੇ ਬੰਦੇ ਬਾਰੇ ਜਾਣਨਾ ਵੀ ਉਹ ਕਿਹੋ ਜਿਹਾ, ਆਪਾਂ ਨੂੰ ਨਸ਼ੇ ਵਾਲੇ ਬੰਦੇ ਦੇ ਵਿੱਚ ਰਹਿਣਾ ਪਊਗਾ, ਫਿਰ ਆਪਾਂ ਉਹਨੂੰ ਸਮਝਾਂਗੇ ਵੀ ਉਹ ਕਿਹੋ ਜਿਹੇ। ਜੇ ਆਪਾਂ ਕਿਸੇ ਟਰੱਕ ਡਰਾਈਵਰ ਬੰਦੇ ਬਾਰੇ ਜਾਣਨਾ ਵੀ ਕਿਹੋ ਜਿਹਾ, ਆਪਾਂ ਨੂੰ ਟਰੱਕ ਚਲਾਉਣਾ ਪੈਣਾ, ਆਪਾਂ ਨੂੰ ਡਰਾਈਵਰ ਦੇ ਵਿੱਚ ਵਿਚਰਨਾ ਪੈਣਾ, ਫਿਰ ਹੀ ਆਪਾਂ ਉਹਨਾਂ ਨੂੰ ਸਮਝ ਸਕਦੇ ਹਾਂ ਨਾ। ਤਾਂ ਇੱਕ ਔਰਤ ਜਦੋਂ ਇੱਕ ਔਰਤ ਹੋ ਗਿਆ ਔਰਤਾਂ ਦੇ ਵਿੱਚ ਵਿਚਰਦੀ, ਉਹਨੂੰ ਔਰਤਾਂ ਦੀਆਂ ਸਮੱਸਿਆਵਾਂ ਪਤਾ ਨੇ, ਤਾਂ ਉਹ ਉਹਨੂੰ ਸੋਹਣੇ ਤਰੀਕੇ ਨਾਲ ਪੇਸ਼ ਕਰ ਸਕਦੀ ਹੁੰਦੀ ਆ। ਵੀ ਇੱਕ ਮਰਦ ਸ਼ਾਇਦ ਉਹਨਾਂ ਔਰਤ ਨੂੰ ਨਹੀਂ ਪੇਸ਼ ਕਰ ਸਕਦਾ। ਮੈਨੂੰ ਲੱਗਦਾ ਹੁੰਦਾ ਵੀ ਮਰਦਾਂ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਸ਼ਿਵ ਨੇ ਸਿਰਫ ਲੂਣਾ ਦਾ ਪੱਖ ਜਿਵੇਂ ਪੇਸ਼ ਕੀਤਾ ਵੀ ਇਹੀ ਇੱਕ ਸੋਹਣਾ ਲੇਖਕ ਆ ਨਾ। ਜਾਂ ਕੁਝ ਕਹਾਣੀਆਂ ਗੁਰਦੇਵ ਰਪਾਣਾ ਦੀਆਂ ਕਹਾਣੀਆਂ ਨੇ, ਨਹੀਂ ਤਾਂ ਬਹੁਤ ਥਾਵਾਂ ਤੇ ਮਰਦ ਜਿਹੜੇ ਲੇਖਕ ਨੇ ਉਹ ਉਹਨੇ ਸੋਹਣੇ ਤਰੀਕੇ ਨਾਲ ਔਰਤ ਦਾ ਦਿਖਾਉਣ ਤੇ ਪੇਸ਼ ਨਹੀਂ ਕਰ ਪਾਉਂਦੇ। ਕਿਉਂਕਿ ਅਸੀਂ ਉਸ ਚੀਜ਼ 'ਚ ਹੈ ਨਹੀਂ। ਮੈਨੂੰ ਲੱਗਦਾ ਕਿ ਉਹ ਜਿਸ ਫੀਲਡ 'ਚ ਕੰਮ ਕਰਦੇ ਨੇ ਹੈ ਨਾ, ਉਹ ਜਿਵੇਂ ਉੱਧਰ ਸੋਸ਼ਲ ਵਰਕਰ ਨੇ, ਤਾਂ ਉੱਥੇ ਸਾਰੇ ਕੇਸ ਹੀ ਉਹਨਾਂ ਨੂੰ ਇਦਾਂ ਦੇ ਮਿਲਦੇ ਆ। ਤੇ ਉਹ ਆਪਾਂ ਕਹਿੰਦੇ ਨਾ ਕਿ ਜਿਵੇਂ ਦੀ ਕਹਾਣੀ ਅਸੀਂ ਆਸ-ਪਾਸ ਸੁਣਦੇ ਹਾਂ ਜਾਂ ਅਸੀਂ ਸਾਡੇ ਸਾਹਮਣੇ ਵਾਪਰੀ, ਅਸੀਂ ਉਹਨੂੰ ਸਭ ਤੋਂ ਪਹਿਲਾਂ ਲਿਖਣਾ ਚਾਹੁੰਦੇ ਹਾਂ ਹੈ ਨਾ। ਤੇ ਉਹ ਇਸੇ ਚੀਜ਼ ਕਰਕੇ ਉਹ ਲਿਖ ਰਹੇ ਨੇ। ਮੰਟੋ ਨੇ ਕਹਿੰਦੇ ਲਿਖਿਆ ਕਿ ਔਰਤ ਵਾਸਤੇ ਲਿਖਣਾ ਵੀ ਮਰਦ ਲੇਖਕ ਲਈ ਨਾ ਸੌਖਾ ਨਹੀਂ ਹੈਗਾ। ਮਰਦ ਲੇਖਕ ਨੂੰ ਪਹਿਲਾਂ ਔਰਤ ਬਣਨਾ ਪਊਗਾ, ਫਿਰ ਹੀ ਔਰਤ ਵਾਸਤੇ ਲਿਖ ਸਕਦਾ ਹੈ ਨਾ। ਸਹੀ ਗੱਲ ਹੈ। ਤੇ ਔਰਤ ਜਿਹੜੀ ਪਹਿਲਾਂ ਹੀ ਔਰਤ ਆ, ਉਹਦਾ ਔਰਤ ਵਾਸਤੇ ਫਿਰ ਸੋਹਣਾ ਲਿਖ ਹੀ ਪਾਊਗੀ। ਤਾਂ ਸ਼ਾਇਦ ਇਹੀ ਇੱਕ ਕਾਰਨ ਆ ਵੀ ਵੀਨਾ ਨੇ ਔਰਤਾਂ ਦੀ ਗੱਲ ਜ਼ਿਆਦਾ ਕੀਤੀ ਹੈ। ਤੇ ਤੁਹਾਨੂੰ ਵੈਸੇ ਇਹਨਾਂ 'ਚ ਕੀ ਚੀਜ਼ ਚੰਗੀ ਲੱਗਦੀ ਹੈ ਇਹਨਾਂ ਦੀਆਂ ਲਿਖਤਾਂ 'ਚ? ਸਾਰੀਆਂ ਲਿਖਤਾਂ ਜਦੋਂ ਆਪਾਂ ਪੜ੍ਹਦੇ ਹੁੰਦੇ ਹਾਂ ਵੀ ਇੱਕ ਹੁੰਦਾ ਨਾ ਕਿ ਮੈਨੂੰ ਉਹਨਾਂ ਦੇ ਗੱਲ ਕਹਿਣ ਦਾ ਢੰਗ ਬਹੁਤ ਮੈਨੂੰ ਇਹਨਾਂ ਦੀ ਇੱਕ ਚੀਜ਼ ਇਹੀ ਸੋਹਣੀ ਲੱਗਦੀ ਹੈ ਵੀ ਪਹਿਲੀ ਗੱਲ ਤਾਂ ਇਹ ਹੈ ਵੀ ਇਹਦੇ ਤੇ ਵੀਨਾ ਤੇ ਇੱਕ ਠੱਪਾ ਲੱਗਿਆ ਹੋਇਆ ਵੀ ਇਹ ਔਰਤਾਂ ਦੀ ਲੇਖਕ ਆ ਹਨਾ। ਹਾਂ, ਜਾਂ ਬਹੁਤ ਬੋਲਡ ਲਿਖਦੇ ਆ ਜੀ ਹਨਾ। ਤੇ ਮੈਨੂੰ ਇਹੀ ਇਹਨਾਂ ਦੀ ਖੂਬੀ ਲੱਗਦੀ ਹੈ। ਮੈਨੂੰ ਇਹ ਲੱਗਦਾ ਵੀ ਜੇ ਔਰਤ ਆਮ ਕਹਿ ਦਿੰਦੇ ਹੁੰਦੇ ਵੀ ਔਰਤ ਦੀ ਦੁਸ਼ਮਣ ਹੈ ਨਾ, ਇਹ ਚੀਜ਼ ਕਹੀ ਜਾਂਦੀ ਹੁੰਦੀ ਆ ਵੀ ਜਦੋਂ ਇੱਕ ਔਰਤ ਹੋ ਕੇ ਔਰਤ ਦਾ ਦਿਖਾਂਤ ਲਿਖਦੀ, ਔਰਤ ਨਾਲ ਖੜਦੀ, ਤਾਂ ਇਹ ਕਿੰਨੀ ਸੋਹਣੀ ਗੱਲ ਹੋਊਗੀ। ਉਸ ਧਾਰਨਾ ਤੋਂ ਜਮੇ ਉਲਟਾ ਨਾ ਵੀ ਔਰਤ ਦੀ ਦੁਸ਼ਮਣ। ਬਿਲਕੁਲ। ਉਹਨਾਂ ਨੇ ਖੁਦ ਵੀ ਕਿਹਾ, ਕਹਿੰਦੇ ਕਿ ਮੈਨੂੰ ਫੀਮੇਲ ਜਿਹੜੀਆਂ ਲੇਖਿਕਾਵਾਂ ਨੇ ਉਹਨਾਂ ਨੇ ਬਹੁਤ ਜ਼ਿਆਦਾ ਭੰਡਿਆ, ਮਤਲਬ ਇਸ ਚੀਜ਼ ਤੋਂ ਵੀ ਬੰਦਿਆਂ ਨੇ ਮੈਨੂੰ ਇੰਨਾ ਨਹੀਂ ਭੰਡਿਆ। ਮੈਨੂੰ ਲੱਗਦਾ ਕਿ ਸਾਨੂੰ ਹਾਲੇ ਤੱਕ ਆਦਤ ਨਹੀਂ ਪਈ ਕਿ ਮੇਰੀ ਗੱਲ ਮੈਂ ਇਸ ਢੰਗ ਨਾਲ ਵੀ ਕਹਿ ਸਕਦੀ ਹਾਂ ਹੈ ਨਾ। ਤੇ ਉਹਦੇ ਕਰਕੇ ਵੀ ਹੁੰਦਾ ਹਾਂ ਅਸੀਂ ਹਰ ਚੀਜ਼ ਨੂੰ ਵੀ ਨਹੀਂ ਨੰਗਾ ਕਰ ਸਕਦੇ। ਮਤਲਬ ਇਹ ਵੀ ਨਹੀਂ ਕਿ ਹੁਣ ਅਸੀਂ ਸੋਚੀਏ ਕਿ ਮਤਲਬ ਵੱਧ ਤੋਂ ਵੱਧ ਨੰਗਾ ਲਿਖਣ ਤੇ ਹੀ ਮੈਂ ਮਸ਼ਹੂਰ ਹੋ ਜਾਊਂਗਾ। ਇਹ ਵੀ ਜਿਹੜਾ ਇੱਕ ਟ੍ਰੈਂਡ ਆ ਇਹ ਵੀ ਬਹੁਤ ਗਲਤ ਆ। ਜਿਵੇਂ ਰਵਿੰਦਰ ਕਿ ਸਿੱਧੀ ਜੀ ਗੱਲ, ਆਪਾਂ ਕਿਸੇ ਨੂੰ ਪਿਓ ਤਾਂ ਸਾਲਾ ਕਹਿ ਦਈਏ ਤਾਂ ਆਪਣੇ ਗੱਲ ਪੈ ਜੂ, ਜੇ ਉਹਨੂੰ ਮਾਮਾ ਜੀ ਕਹਿ ਦਈਏ ਨਾ ਤਾਂ ਉਹ ਬੜੀ ਇੱਜ਼ਤ ਨਾਲ ਪੇਸ਼ ਆਊਗੀ, ਮੇਰਾ ਭਾਂਜਾ ਕਰਨ ਲੱਗ ਪੈਂਦਾ ਹੁੰਦਾ ਨਾ। ਵੀ ਸਾਹਿਤ ਵੀ ਇਹੀ ਚੀਜ਼ ਹੁੰਦੀ ਹੈ ਵੀ ਤੁਸੀਂ ਕਿਸੇ ਵੀ ਗੱਲ ਨੂੰ ਸੋਹਣੇ ਸ਼ਬਦਾਂ ਨਾਲ ਸੋਹਣੇ ਤਰੀਕੇ ਨਾਲ ਪੇਸ਼ ਕਰੋ। ਕਹਿ ਜਿੰਨਾ ਮਰਜ਼ੀ ਵੱਡਾ ਕਹਿ ਕੁਛ ਮਰਜ਼ੀ ਕਹਿ ਲਓ ਨਾ। ਹੁਣ ਜਿਹੜੀਆਂ ਮਿੰਨੀ ਕਹਾਣੀਆਂ ਹੁੰਦੀਆਂ ਨੇ ਉਹ ਨਿੱਕੀਆਂ ਨਿੱਕੀਆਂ ਹੁੰਦੀਆਂ ਨੇ, ਪਰ ਉਹਨਾਂ 'ਚ ਕਈ ਵਾਰੀ ਗੱਲ ਬਹੁਤ ਵੱਡੀ ਹੋ ਜਾਂਦੀ ਹੈ ਨਾ। ਵੀ ਜ਼ਰੂਰੀ ਨਹੀਂ ਵੀ ਤੁਸੀਂ ਨੰਗਾ ਹੀ ਲਿਖਣਾ। ਬਾਕੀ ਇਹਦੇ 'ਚ ਮੈਨੂੰ ਲੱਗਦਾ ਵੀ ਕੁਛ ਨਾ ਕੁਛ ਲੇਖਕਾਂ ਦੇ ਸੁਭਾਅ ਵੀ ਹੁੰਦੇ ਨੇ। ਜਿਵੇਂ ਬਲਵੰਤ ਗਾਰਗੀ ਬਾਰੇ ਜ਼ਿਕਰ ਕੀਤਾ ਜਾਂਦਾ, ਖੁਸ਼ਵੰਤ ਸਿੰਘ ਆ, ਮੰਟੋ ਆ ਹੈ ਨਾ। ਉਹ ਉੱਪਰ ਉਹ ਕਹਿੰਦੇ ਅਸੀਂ ਤਾਂ ਲਿਖਾਂਗੇ, ਅਸੀਂ ਤਾਂ ਉਹੀ ਲਿਖਾਂਗੇ ਜੋ ਅਸੀਂ ਦੇਖ ਰਹੇ ਹਾਂ, ਅਸੀਂ ਕਿਉਂ ਬਦਲੀਏ। ਉਹ ਉਹਨਾਂ ਦੀ ਫਿਰ ਆਪਣੀ ਵੀ ਇੱਕ ਚੱਲੀ ਜਾਂਦਾ ਨਾਲ ਜਦੋਂ ਤੋਂ ਵੀ ਜੇ ਆਪਾਂ ਪੁਰਾਣਾ ਸਾਹਿਤ ਦਾ ਇਤਿਹਾਸ ਪੜ੍ਹ ਲਈਏ ਵੀ ਆਹ ਲੇਖਕ ਅਸ਼ਲੀਲ ਆ ਜੀ, ਆਹ ਬੋਲਡ ਲਿਖ ਰਿਹਾ, ਇਹ ਐਂ ਲਿਖ ਰਿਹਾ, ਇਹ ਠੱਪੇ ਲੱਗੀ ਜਾਂਦੇ ਨੇ ਲੇਖਕਾਂ ਦੇ ਨਾ। ਉਹਨਾਂ ਦੀ ਸ਼ੈਲੀ ਆਪਣੀ ਪੜ੍ਹ ਰਹੇ ਨੇ ਅੱਜ ਲੋਕ, ਵੀਨਾਂ ਨੂੰ ਵੀ ਪੜ੍ਹੀ ਜਾਂਦੇ ਨੇ, ਪੜ੍ਹਦੇ ਨੇ ਨਾ। ਆਪਾਂ ਕਿੰਨੀਆਂ ਮਤਲਬ ਗੱਲਾਂ ਕੀਤੀਆਂ ਹੈ ਨਾ, ਤੇ ਆਪਾਂ ਤਾਂ ਚਾਹੁੰਦੇ ਹਾਂ ਕਿ ਸਾਰੇ ਇਹਨਾਂ ਦੀਆਂ ਸਾਰੀਆਂ ਕਹਾਣੀਆਂ ਪੜ੍ਹਨ, ਪਰ ਅਖੀਰ ਤੇ ਮੈਂ ਚਾਹੁੰਦੀ ਹਾਂ ਵੀ ਪ੍ਰੋਗਰਾਮ ਖਤਮ ਵੀਰੇ ਤੁਸੀਂ ਕਰੋ ਕਿ ਵੀਨਾ 'ਚ ਕੀ ਚੰਗਾ ਜਿਹੜਾ ਤੁਹਾਨੂੰ ਪੜ੍ਹਨਾ ਚਾਹੀਦਾ ਉਹਨਾਂ ਦੀਆਂ ਕਹਾਣੀਆਂ ਪੜ੍ਹ ਕੇ, ਮਤਲਬ ਖਾਸ ਕਰਕੇ ਜਨਾਨੀਆਂ ਲਈ ਜਾਂ ਤੀਵੀਆਂ ਲਈ ਹੈ। ਇਹਦੇ ਲਈ ਨਾ ਰੁਪਿੰਦਰ ਮੈਨੂੰ ਇਹ ਲੱਗਦਾ ਹੁੰਦਾ ਵੀ ਤੁਸੀਂ ਜਿਵੇਂ ਆਪਾਂ ਆਮ ਗੱਲਾਂ ਕਰਦੇ ਹੁੰਦੇ ਹਾਂ ਨਾ, ਫੈਮਿਨਿਜ਼ਮ ਦੀ ਆਪਾਂ ਗੱਲਾਂ ਕਰਦੇ ਹਾਂ ਵੀ ਕੀ ਆ ਕੀ ਨਹੀਂ। ਮੈਨੂੰ ਲੱਗਦਾ ਹੁੰਦਾ ਵੀ ਫੈਮਿਨਿਜ਼ਮ ਹੈਗਾ ਮਰਦ ਦੇ ਅੰਦਰ ਇੱਕ ਔਰਤ ਦਾ ਪੈਦਾ ਹੋ ਜਾਣਾ, ਵੀ ਉਹ ਫੈਮਿਨਿਜ਼ਮ ਹੈ ਨਾ। ਜੇ ਔਰਤਾਂ ਮਰਦ ਦੇ ਅੰਦਰ ਇੱਕ ਔਰਤ ਪੈਦਾ ਕਰਨ 'ਚ ਕਾਮਯਾਬ ਹੋ ਗਈਆਂ ਤਾਂ ਉਹ ਕਾਮਯਾਬ ਆ।
ਤੇ ਆਪਾਂ ਵੀਨਾ ਨੂੰ ਪੜ੍ਹਦੇ ਆ ਤਾਂ ਇਹ ਖਾਸ ਕਰਕੇ ਮਰਦਾਂ ਨੂੰ ਪੜ੍ਹਨੀ ਜ਼ਰੂਰੀ ਹੈ, ਕਿਉਂਕਿ ਔਰਤਾਂ ਦਾ ਦਰਦ ਨੂੰ ਜੇ ਸਮਝਣਾ ਤਾਂ ਇਹ ਵੀਨਾ ਵਰਮਾ ਨੂੰ ਪੜ੍ਹ ਲਓ। ਜਿਵੇਂ ਇੱਕ ਫਿਲਮ ਆਈ ਸੀਗੀ ਅਮਿਤਾਭ ਬੱਚਨ ਦੀ ਪਿੰਕ, ਉਹ ਵੀ ਇੱਕ ਕੁੜੀ ਦਾ ਮੇਨ ਕਰੈਕਟਰ ਉਹਦੇ 'ਚ ਰੋਲ ਹੈ ਨਾ, ਉਹਦੇ 'ਚ ਆਮ ਕਿਹਾ ਜਾਂਦਾ ਸੀ ਵੀ ਕੁੜੀਆਂ ਦੇ ਦੇਖਣ ਵਾਲੀ ਫਿਲਮ, ਪਰ ਮੈਨੂੰ ਲੱਗਦਾ ਸੀ ਉਹ ਮੁੰਡਿਆਂ ਦੇ ਦੇਖਣ ਵਾਲੀ ਫਿਲਮ ਆ ਹਨਾ। ਅਸੀਂ ਇਹੀ ਚੀਜ਼ ਹੈ ਕਿ ਸਾਨੂੰ ਇਹੀ ਲੱਗਦਾ ਕਿ ਜਿੰਨੇ ਵੀ ਮੁੱਦੇ ਜਨਾਨੀਆਂ ਨਾਲ ਜੁੜੇ ਹੋਏ ਨੇ ਉਹ ਜਨਾਨੀਆਂ ਦੇ ਦੇਖਣ ਲਈ ਉਹ ਅਸਲ ਵਿੱਚ ਆਪੋਜ਼ਿਟ ਜੈਂਡਰ ਦੇ ਦੇਖਣ ਵਾਲੇ ਹੁੰਦੇ ਨੇ। ਹੁਣ ਜੇ ਅਸੀਂ ਔਰਤਾਂ ਦੀ ਸਮੱਸਿਆ ਨੂੰ ਸਮਝਣਾ ਤਾਂ ਫਿਰ ਸਾਨੂੰ ਪੜ੍ਹਨੀਆਂ ਪੈਣਗੀਆਂ। ਜੇ ਤੁਸੀਂ ਮਰਦਾਂ ਨੂੰ ਸਮਝਣਾ ਹੈਗਾ, ਜਿਹੜੀ ਚੀਜ਼ ਮਰਦ ਬਾਰੇ ਲਿਖੀ ਹੋਈ ਉਹ ਔਰਤ ਨੂੰ ਪੜ੍ਹਨੀ ਚਾਹੀਦੀ ਹੈ ਨਾ। ਮੈਂ ਖੁਦ ਇਹ ਚੀਜ਼ ਸਮਝਦੀ ਹਾਂ ਕਿ ਜਦੋਂ ਆਪਾਂ ਕਿਸੇ ਮਤਲਬ ਬੰਦਿਆਂ 'ਚ ਕਿਸੇ ਕਰੂਲ ਕਰੈਕਟਰ ਦੀ ਗੱਲ ਕਰਦੇ ਹਾਂ ਤਾਂ ਇੱਕ ਜਨਾਨੀ ਨੂੰ ਦੇਖਣੀ ਚਾਹੀਦੀ ਹੈ। ਕਿਉਂ ਦੇਖਣੀ ਚਾਹੀਦੀ ਆ? ਤਾਂ ਜੋ ਉਹਨੂੰ ਪਤਾ ਲੱਗੇ ਵੀ ਜੇ ਮੇਰੇ ਘਰ 'ਚ ਬੱਚਾ ਮੇਰਾ ਜਿਹੜਾ ਮੇਰਾ ਪੁੱਤਰ ਆ ਨਾ, ਉਹਨੂੰ ਮੈਂ ਕਿਸ ਢੰਗ ਨਾਲ ਪਾਲਾਂ ਕਿ ਕੱਲ ਨੂੰ ਇਹ ਚੀਜ਼ ਉਹਦੇ ਨਾਲ ਨਾ ਹੋਵੇ। ਹੁਣ ਜਿਵੇਂ ਇਹਦੇ 'ਚ ਗਲਵਾਨੋ ਕਹਾਣੀ ਆ ਨਾ, ਹੁਣ ਗਲਵਾਨੋ ਕਹਾਣੀ ਪੜ੍ਹ ਕੇ ਆਪਾਂ ਨੂੰ ਇੱਕ ਔਰਤ ਦੀ ਤਰਾਸਦੀ ਪਤਾ ਲੱਗਦੀ ਹੈ ਵੀ ਬੰਦੇ ਨੂੰ ਪਤਾ ਲੱਗਦਾ ਯਾਰ ਵੀ ਮੇਰੇ ਕੋਲੇ ਚਾਹੇ ਜਿੰਨੀ ਮਰਜ਼ੀ ਪ੍ਰਾਪਰਟੀ ਹੋਵੇ, ਜਿੰਨਾ ਮੈਂ ਮਰਜ਼ੀ ਸੂਟ ਲੈ ਕੇ ਦੇ ਦਿਆਂ, ਜਿੰਨੇ ਮਰਜ਼ੀ ਇਹਨੂੰ ਜਵੈਲਰੀ ਲੈ ਕੇ ਦੇ ਦਿਆਂ, ਜੇ ਇਹਦੇ ਮੈਂ ਪਸੰਦ ਨਹੀਂ ਹੈਗਾ ਤਾਂ ਇਹ ਖੁਸ਼ ਨਹੀਂ ਆਏਗੀ। ਹਾਂ, ਖੁਸ਼ ਨਹੀਂ ਹੈਗੀ। ਇਹ ਹੁਣ ਇਹ ਆਪਾਂ ਜੇ ਹੁਣ ਮਰਦ ਪੜ੍ਹਨਗੇ ਤਾਂ ਫਿਰ ਸਾਨੂੰ ਪਤਾ ਲੱਗੂਗਾ ਨਾ ਵੀ ਔਰਤ ਦੀ ਤਰਾਸਦੀ ਕੀ ਹੁੰਦੀ ਆ। ਜਿਹੜੀ ਦੂਸਰੀ ਕਹਾਣੀ ਹੈ ਰਜਾਈ ਕਹਾਣੀ ਆ, ਉਹਦੇ 'ਚ ਜਿਹੜੀ ਉਹ ਮੇਨ ਪਾਤਰ ਆ ਨਾ, ਉਹਨੂੰ ਸਮਝਣਾ ਵੀ ਇੱਕ ਜਦੋਂ ਬੰਦੇ ਜਿਹੜੇ ਬਾਹਰ ਚਲੇ ਗਏ ਮਗਰ ਉਹਨਾਂ ਨੇ ਮਤਲਬ ਔਰਤ ਦਾ ਸਾਰ ਨਹੀਂ ਲਈ ਗਈ ਨਾ, ਹੁਣ ਉਹ ਰਜਾਈ ਕਹਾਣੀ ਪੜ੍ਹ ਕੇ ਪਤਾ ਲੱਗੂ ਵੀ ਤੁਹਾਡੀਆਂ ਔਰਤਾਂ ਨੇ ਤੁਹਾਡੇ ਮਗਰੋਂ ਕੀ ਕੁਛ ਝੱਲਿਆ। ਬਿਲਕੁਲ। ਤੇ ਸੋਹਣੀ ਗੱਲਬਾਤ ਸੀ ਨਾ, ਆਪਾਂ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹੀ ਕਰੀਏ। ਬਾਕੀ ਆਪਣਾ ਪਹਿਲਾ ਦਿਨ ਸੀ ਅੱਜ ਪ੍ਰੋਗਰਾਮ ਹੈ ਨਾ, ਪਹਿਲਾ ਪ੍ਰੋਗਰਾਮ ਸੀ ਤੇ ਬਹੁਤਾ ਜ਼ਿਆਦਾ ਆਪਾਂ ਸਿਆਣੇ ਵੀ ਨਹੀਂ ਹੈਗੇ ਹਨਾ। ਤੇ ਤੁਸੀਂ ਜ਼ਰੂਰ ਪੜ੍ਹਿਓ ਵੀਨਾ ਹੋਣਾ ਦੀਆਂ ਕਹਾਣੀਆਂ ਨੂੰ। ਬਹੁਤ ਘੱਟ ਇੰਟਰਵਿਊਜ਼ ਨੇ ਉਹਨਾਂ ਦੀਆਂ YouTube ਤੇ, ਕਿਉਂਕਿ ਉਹ ਬਹੁਤ ਘੱਟ ਆਉਂਦੇ ਨੇ ਪੰਜਾਬ। ਤੇ ਜਦੋਂ ਪੰਜਾਬ ਆਉਂਦੇ ਨਹੀਂ ਤਾਂ ਮੀਡੀਆ ਦਾ ਰਾਬਤਾ ਉਹਨਾਂ ਨਾਲ ਬਣਦਾ ਨਹੀਂ। ਪਰ ਬੜਾ ਸੋਹਣਾ ਲਿਖਿਆ ਉਹਨਾਂ ਨੇ। ਸਭ ਤੋਂ ਪਹਿਲੀ ਗੱਲ ਅਸੀਂ ਇਹ ਕਹਾਂਗੇ ਕਿ ਇਹਨੂੰ ਬੋਲਡ ਨਾ ਕਹੋ, ਇਹ ਕਹੋ ਕਿ ਉਹਨਾਂ ਨੇ ਤੁਹਾਡੀ ਮਾਨਸਿਕਤਾ ਨੂੰ ਲੈ ਕੇ ਬਹੁਤ ਸੋਹਣਾ ਲਿਖਿਆ। ਔਰਤਾਂ ਆਪਣੇ ਬਾਰੇ ਕੀ ਸੋਚਦੀਆਂ ਨੇ, ਆਪਣੇ ਸਰੀਰ ਬਾਰੇ ਉਹਨਾਂ ਦੀਆਂ ਕੀ ਸਮੱਸਿਆਵਾਂ ਨੇ, ਜਾਂ ਇੱਧਰੋਂ ਜਦੋਂ ਮਾਈਗ੍ਰੇਟ ਹੋ ਕੇ ਉੱਧਰ ਜਾਂਦੀਆਂ ਨੇ ਜਿੱਥੇ ਉਹਨਾਂ ਦੇ ਘਰ ਵਾਲੇ ਸਾਲਾਂ ਤੋਂ ਰਹਿ ਰਹੇ ਹੁੰਦੇ ਨੇ, ਕਿਵੇਂ ਦਾ ਇੱਕ ਕਲਚਰ ਜਿਹੜਾ ਡਿਫਰੈਂਸ ਆ ਉਹਨਾਂ 'ਚ ਪੈਦਾ ਹੋ ਜਾਂਦਾ, ਸੋਚ ਕਿਵੇਂ ਵੱਖਰੀ ਹੁੰਦੀ ਆ। ਤੇ ਖਾਸ ਕਰਕੇ ਜਿਹੜੀਆਂ ਅਨਪੜ੍ਹ ਔਰਤਾਂ ਅੱਜ ਤੋਂ 20-25 ਸਾਲ ਪਹਿਲਾਂ ਜਾਂਦੀਆਂ ਸੀ, ਉਹਨਾਂ ਦੇ ਕਿਵੇਂ ਦੇ ਮੁੱਦੇ ਸੀਗੇ, ਇਹ ਸਾਰੀਆਂ ਚੀਜ਼ਾਂ ਨੂੰ ਉਹ ਲਿਖਦੇ ਨੇ। ਤੇ ਔਰਤ ਤੇ ਮਰਦ ਦੇ ਜਦੋਂ ਰਿਸ਼ਤੇ ਬਾਰੇ ਆਪਾਂ ਲਿਖਦੇ ਹਾਂ ਤਾਂ ਜ਼ਾਹਿਰ ਜੀ ਗੱਲ ਆ ਕਿ ਕੁਛ ਕੁ ਨਾਜ਼ੁਕ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਛੋਹਣਾ ਪੈਂਦਾ ਫਿਰ ਇੱਕ ਲੇਖਕ ਨੂੰ। ਤੇ ਅਸੀਂ ਚਾਹੁੰਦੇ ਹਾਂ ਤੁਸੀਂ ਜ਼ਰੂਰ ਇਹਨਾਂ ਦੀਆਂ ਕਹਾਣੀਆਂ ਨੂੰ ਪੜ੍ਹਿਓ। ਬਹੁਤ ਸਾਰੇ ਲੋਕਾਂ ਨੇ ਪੜ੍ਹੀਆਂ ਵੀ ਹੋਣਗੀਆਂ ਤੇ ਇੱਕ ਨਵਾਂ ਰਸਤਾ ਸਾਡੇ ਦਿਮਾਗ ਲਈ ਖੁੱਲ੍ਹਦਾ, ਤੇ ਉਹ ਖੁੱਲ੍ਹਣਾ ਸਭ ਲਈ ਲਾਜ਼ਮੀ ਆ। ਅਗਲੀ ਵਾਰ ਫਿਰ ਆਪਾਂ ਇੱਕ ਕਿਸੇ ਹੋਰ ਕਿਤਾਬ ਤੇ ਗੱਲਬਾਤ ਕਰਾਂਗੇ। ਤਦ ਤੱਕ ਲਈ ਅਸੀਂ ਦੋਵੇਂ ਇਜਾਜ਼ਤ ਲੈਂਦੇ ਹਾਂ। ਸਤਿ ਸ਼੍ਰੀ ਅਕਾਲ।